7 26 ਪੋ ਅਕਾਲ ਤੱਕੋ ਵੱਡ ਪੀਰਨ ਪੀਰਾ ਪਰ ਬ੍ਰਹਮ ਇੱਕ ਖਵਾਈਆ ਜਿਸਨੇ ਸਾਰੀ ਸ੍ਰਿਸ਼ਟੀ ਦੀ ਬਦਲ ਦੇਣੀ ਤਕਦੀਰਾ ਤਦਬੀਰ ਆਪਣੀ ਆਪਣੇ ਵਿੱਚ ਛੁਪਾਈ ਆ ਝਗੜਾ ਮੇਟਣਾ ਸ਼ਾਹ ਕੀਰਾ हजरत का हुक्म सुनाई मालवे वाले 7 रंग का गाना बदा थाली गिलास का चुकिया पीड़ा ज्योति जो स्वरूप आप अपनी कृपा कर करे खेल साचा हर सच का हुक्म एक वरताई कल जो कहे प्रभु मेरी तौबा तौबा तो सुनाई सुन के तेरी तौबा तेरी सुनाई मैनू ना कोई लालच ते ना कोई लेता ममता मोह मैं एक वेरा वेखना चाहता जेड़ा शब्द होया सी बीबी राज विच मोगा उठ के तेरिया तरनिया जोतां देन विखाई फिर मैं तेरे अगे निवावा अपना गोडा नीवा होके सीस नवाई कृपा कर एक देना साचा वार सच का मेला आप कराइया कल तो कहे गोविंद मेरा आ गया करा तेरी पेटा पेटा और रही ना रहिया तू एक सही पुरखे गाल न बेटा तुझी जन्म देने वाली कोई ना माइया तू सबका खेल खेता खर्चा खूब देना चुकाइया सोनिया नौजवाना सूरबीरा तू माछू वाले की खेजे लेता अपने आसन लाइया तेरे कोल तू कले पंथ का नहीं ठेका सारी सृष्टि पुरखे काल ने तेरी जुटी बनाई जरा याद कर ला पिछड़ा चेता भूल रहे ना राइया की हो गया तू खुदा खेता खेती बाड़ी लक्ष्य तेरी जान खा लिया तेरी जान खाइया तू हम छन्ना प्रदेशा भजनावा हो जाइया तेरा सब नाल देखा तो वादना बनाइया ज्योति जो स्वरूप हवे आज अपनी करे थे सरकार सच की करनी काल कमाइया गुंचा कहे मैनू बना दिता तृप्त का धर्मना दाज राम चरित थोड़ी कर पाइया मैं सारे की थोड़ा पाइया एक साल कारण क्यों
ਤੇ ਆਪਣਾ ਬਿਆਨ ਦਿੰਦਾ ਹੈ ਕਿ ਮੇਰਾ ਅੱਜ ਥੱਲੇ ਨਹੀਂ ਰੱਖ ਲੈਣਾ ਹੈ ਉਹਨੇ ਦੱਸਦੇ ਕੋਈ ਨਾ ਕੋਈ ਪੱਟੀ ਪੁੱਟੀ ਹੈ ਇਹ ਥਾਲੀ ਲੈ ਗਈ ਮਾਰੋ ਥਾਲੀ ਨਿਕਲਿਆ ਉਹਨੂੰ ਦੀ ਮਾਰ ਦੇ ਮੈਂ ਅਖੀਰ ਹਾਲ ਬਿਆਨ ਕਰਦਾ ਹਾਂ ਮੇਰਾ ਇਹ ਸਾਲ ਸਮਰ ਸ਼ਹਿਨਸ਼ਾਹੀ ਸੱਤ ਚੜ੍ਹਦਿਆਂ ਹੀ ਕਾਲਪੁਰ ਪਰਮਾਤਮਾ ਦੀ ਵੀ ਕਿਰਪਾ ਕੀਤੀ ਹੈ ਕਿ ਗੁਰਮੁਖ ਦਾ ਗੁਰਸਿੱਖ ਦਾ ਦੁਆਰਾ ਬੜਾ ਸੁਭਾਇਮਾਨ ਕੀਤਾ ਹੈ ਕਿਉਂਕਿ ਵਿਹਾਰ ਭਲਾਈਪੁਰ ਗੁਰਮੁਖ ਸਿੰਘ ਦੇ ਘਰ ਰਹੇ ਗੱਲ ਚੰਗਾ ਸਤਿਗੁਰੂ ਸ਼ਬਦ ਸੁਹਾਈਆ ਲੇਕਿਨ ਕਿਸਨੇ ਚੰਗਾ ਸਮਾਂ ਕੀਤਾ ਹੈ ਸਤਿਗੁਰੂ ਸ਼ਬਦ ਨੇ ਔਰ ਉਸਨੇ ਆਪਣੀ ਸ਼ਬਦ ਦੀ ਧਾਰ ਦੇ ਨਾਲ ਹੀ ਇਸ ਨੂੰ ਪ੍ਰਸਿੱਧ ਕੀਤਾ ਹੈ ਕਿਸੇ ਮਨ ਮਤ ਦੇ ਬੁੱਧੀ ਦੇ ਦਾਇਰੇ ਦਾ ਵਿਚਾਰ ਨਹੀਂ ਅਵਤਾਰ ਪੈਗੰਬਰ ਗੁਰਸਤੂ ਸਨਮੁਖ ਕ੍ਰਿਸ਼ਨਾਇ ਕੋਈ ਅਵਤਾਰ ਅਗਰ ਪੀਸਾ ਮੂਸਾ ਮੁਹੰਮਦ ਤੇ 10 ਗੁਰੂ ਸਾਹਿਬਾਨੋ ਆਏ ਸਮੇਂ ਨੂੰ ਤੁਸੀਂ ਮਾਤ ਲੈ ਕੇ ਜਰਾ ਨਿਗਾਹ ਮਾਰੋ ਔਰ ਸਨਮੁਖ ਹੋ ਕੇ ਦੇਖੋ ਕਿ ਕਿਹੜਾ ਵਿਵਹਾਰ ਹੋ ਰਿਹਾ ਹੈ। ਤਿੰਨ ਚੇਤ ਸ਼ਹਿਨਸ਼ਾਹੀ ਸੰਮਤ 7 ਭਲਾਈਪੁਰ ਗਿਆਨੀ ਗੁਰਮੁਖ ਸਿੰਘ ਦੇ ਘਰੇ ਉਸ ਲਿਖਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਪੂਰਨ ਸਿੰਘ ਪੂਰਨ ਆਪ ਅਰਥ ਕਰ ਰਹੇ ਹਨ। ਸਭ ਤੋਂ ਵੱਡਾ ਇਹੋ ਲੋਕ ਹੁੰਦਾ ਹੈ ਇਹ ਤਾਂ ਨਿਵਰਤੀ ਹੋ ਜਾਏਗੀ ਤੁਸੀਂ ਸਤਿਗੁਰੂ ਦੀ ਜਨਮੇ ਵਿੱਚੋਂ ਤੁਹਾਨੂੰ ਅੱਜ ਤੋਂ ਮਾਣ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਸਤਿਗੁਰੂ ਦੇ ਘਰ ਤੁਹਾਡਾ ਜਨਮ ਹੋ ਗਿਆ ਹੈ ਆਤਮਾ ਤੁਹਾਡੀ ਪ੍ਰਮਾਤਮਾ ਦੀ ਹੋ ਗਈ ਹੈ ਉਹ ਤੁਹਾਡਾ ਮਾਤਾ ਪਿਤਾ ਹੈ ਜੋਤ ਰੂਪ ਮਾਤਾ ਪਿਤਾ ਜੰਮਣ ਵਾਲੀ ਇਹ ਤਿੰਨ ਚੇਤ ਦਾ ਵਿਹਾਰ ਸਾਹਿਬ ਅਰਥ ਕਰ ਰਹੇ ਹਨ। ਉਹਦਾ ਤੁਹਾਡਾ ਲੇਖਾ ਟੁੱਟਿਆ ਕਿਉਂ ਤੁਹਾਡੀ ਸਦਾ ਸਹਾਇਤਾ ਨਹੀਂ ਕਰ ਸਕੇਗੀ ਔਰ ਸਤਿਗੁਰੂ ਸ਼ਬਦ ਜਿਹੜਾ ਹੈ ਜਾਂ ਪ੍ਰਮਾਤਮਾ ਜਿਹੜਾ ਹੈ ਉਹ ਸਰੀਰ ਛੱਡਣ ਤੋਂ ਬਾਅਦ ਵੀ ਆਤਮਾ ਦਾ ਆਧਾਰੀ ਹੁੰਦਾ ਹੈ ਤੇ ਸੱਚਖੰਡ ਲੈ ਜਾਂਦਾ ਹੈ। ਦਿੱਲੀ ਦਰਬਾਰ ਆਪਣੇ ਮੁਖਰ ਬਿੰਦ ਤੁਸੀਂ ਆਤਮਾ ਦੇ ਪ੍ਰਮਾਤਮਾ ਨੂੰ ਮਿਲ ਕੇ ਇੱਕ ਥਾਂ ਕਰਕੇ ਤੇ ਸੱਚਖੰਡ ਦਰਗਾਹ ਸਾਜੀ ਜੋ ਸੱਚਾ ਸੁਖ ਮੰਨਣਾ ਸੁਖ ਮੇ ਆਪਣਾ ਰੰਗ ਰੰਗਾਈਆ ਔਰ ਆਪਣੀ ਖੁਸ਼ੀ ਬਤੀਤ ਕਰਾਉਣੀ ਤੁਰਦੇ ਬੱਚਿਓ ਧਰਮ ਦੀ ਧਾਰ ਜਾਣਾ ਉੱਠੇ ਐ ਭਗਤੋ ਐ ਗੁਰਮੁਖੋ ਤੁਹਾਨੂੰ ਤੁਰਦੇ ਬੱਚੇ ਕਿਹਾ ਗਿਆ ਹੈ ਤੁਹਾਡਾ ਪਿਛਲਾ ਜਨਮ ਕਰਮ ਦਾ ਕੋਈ ਲੇਖਾ ਇਸ ਕਰਕੇ ਤੁਹਾਨੂੰ ਮੇਲ ਕੀਤਾ ਗਿਆ ਹੈ ਤੁਸੀਂ ਜ਼ਰਾ ਸਾਵਧਾਨ ਹੋ ਜਾਣਾ ਸੋਇਆ ਰਹਿਣ ਕੋਈ ਨਾ ਪਾਈਆ ਭੁੱਲਿਆ ਹੋਇਆ ਨੇ ਤੇ ਸੋਇਆ ਦਾ ਜਿੱਥੇ ਪਦ ਵਰਤਿਆ ਗਿਆ ਭੁੱਲਿਆ ਹੋਇਆ ਨਹੀਂ ਰਹਿ ਜਾਣਾ ਚਾਹੀਦਾ ਪਰਮ ਚ ਨਹੀਂ ਰਹਿਣਾ ਚਾਹੀਦਾ ਕਿਰਪਾ ਕਰੇ ਅਵਨਾਸ਼ੀ ਤੁਹਾਡੇ ਉੱਤੇ ਉਹ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਕਿਰਪਾ ਕਰ ਰਿਹਾ ਜਿਹੜਾ ਕਦੀ ਨਾਸ਼ ਨਹੀਂ ਹੋਇਆ ਚੇਤਨ ਦਲ ਨੂੰ ਰਿਹਾ ਕਰਾਈਆ ਸਾਰਿਆਂ ਨੂੰ ਸਮਾਧਾਨ ਕਰ ਰਿਹਾ ਸੁਝ ਬੂਝ ਦੇ ਰਿਹਾ ਹੈ ਵਿਸ਼ੇਸ਼ ਬੁੱਧੀ ਦੇ ਰਿਹਾ ਹੈ ਗੁਰਮੁਖ ਦੁਆਰੇ ਤੁਹਾਡੀ ਮੌਲੇ ਰੁੱਤ ਐ ਗੁਰਮੁਖ ਅੱਜ ਕਿੱਡਾ ਸੁਹਾਵਣਾ ਸਮਾਂ ਹੈ ਗੁਰਸਿੱਖ ਦੇ ਦੁਆਰੇ ਤੇ ਤੁਹਾਡੀ ਕਿੰਨੀ ਸੋਹਣੀ ਫੁਲਵਾੜੀ ਮੌਲੀ ਹੋਈ ਹੈ ਰੁਤਰੀ ਸਾਚਿਆ ਮੈਂ ਕਾਈਆ ਇਹ ਰੁਤਰੀ ਇਹ ਸਮਾਂ ਅੱਛਾ ਜਿਹੜਾ ਹੈ ਪ੍ਰਮਾਤਮਾ ਨੇ ਆਪ ਹੀ ਲਿਆਂਦਾ ਹੈ ਤੁਸੀਂ ਸਾਰੇ ਤੁਸੀਂ ਉਸੇ ਅਕਾਲ ਪੁਰਖ ਪ੍ਰਮਾਤਮਾ ਦੇ ਬੱਚੇ ਜੇ ਦੁਲਾਰੇ ਜੇ ਜਿਹੜਾ ਆਪ ਤੋਂ ਲੈ ਕੇ ਜੁਗਾਂ ਪ੍ਰਵਾਨ ਤੇ ਸਦਾ ਹੀ ਸਾਰਿਆਂ ਦਾ ਮਾਤਾ ਪਿਤਾ ਹੈ ਤੁਹਾਡਾ ਜੀਵਨ ਦਾ ਜਨਮ ਕਰਮ ਦਾ ਲੇਖਾ ਐਵੇਂ ਨਹੀਂ ਜਾਏਗਾ ਤੁਹਾਡੇ ਆਉਣ ਜਾਣ ਦਾ ਪੰਧ ਮੁਕਾ ਦੇਗਾ ਆਤਮ ਧਾਰਨ ਜਾਵੇ ਤੁਹਾਡੀ ਆਤਮਾ ਦਾ ਪਿਆਰ ਨਹੀਂ ਪ੍ਰਮਾਤਮਾ ਨਾਲ ਟੁੱਟ ਜਾਵੇਗਾ ਟੁੱਟਿਆਂ ਲਈ ਜੁੜਾਈਆ ਸਗੋਂ ਟੁੱਟਿਆ ਹੋਇਆ ਤੇ ਵਿਛੜਿਆ ਉਹਨੂੰ ਮੇਲ ਲਵੇਗਾ 84 ਗੇੜਾ ਜਾਏ ਆਉਣ ਜਾਣ ਦੇ ਵਿੱਚੋਂ ਤੁਸੀਂ ਰਹਿਤ ਹੋ ਜਾਓਗੇ ਅੱਗੇ ਦੇ ਨਾ ਕੋਈ ਸੁਆਈਆ ਅੱਗੇ ਤੁਹਾਨੂੰ ਕੋਈ ਸਜ਼ਾ ਨਹੀਂ ਦੇਵੇਗਾ ਨਾ ਧਰਮ ਰਾਏ ਨਾ ਚਿੱਤਰਗੁਪਤ ਕੋਈ ਤੁਹਾਡਾ ਲੇਖਾ ਨਹੀਂ ਮੰਗੇਗਾ ਵੀ ਕਿਉਂ ਇਹ ਸਮਾਂ ਮਿਲਿਆ ਹੈ ਤਿੰਨ ਚੇਤ ਨੂੰ ਇਹ ਵੀ ਅਕਾਲ ਪੁਰਖ ਪ੍ਰਮਾਤਮਾ ਦਾ ਰਵਿਦਾਸ ਦੇ ਨਾਲ ਕੁਝ ਲੈਣਾ ਦੇਣਾ ਸੀ ਜਿਸ ਦਾ ਜਨਮ ਗੁਰਮੁਖ ਨੂੰ ਲੈਣਾ ਪਿਆ ਹੈ ਉਸ ਨੂੰ ਪੂਰਾ ਕਰਨ ਵਾਸਤੇ ਸਾਰੀ ਰਚਨਾ ਰਚੀ ਗਈ ਆ ਖੁਸ਼ੀਆਂ ਹਾਲ ਸੁਣਾਈਆ ਔਰ ਇਸ ਸਮੇਂ ਨੂੰ ਖੁਸ਼ੀਆਂ ਨਾਲ ਬਿਆਨ ਕਰਦਾ ਆ ਔਰ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਕੁਝ ਬਚਨ ਕਰ ਰਿਹਾ ਕੁਝ ਮੰਗ ਰਿਹਾ ਪੁੱਛ ਕਰ ਰਿਹਾ ਹੈ ਬੜੇ ਸੁਭਾਵਕ ਤੇ ਸ਼ਾਂਤੀਪੂਰਵਕ ਤਰੀਕੇ ਨਾਲ ਪੁੱਛਦਾ ਆ ਕੀ ਕਹਿੰਦਾ ਹੈ ਅਕਾਲ ਪੁਰਖ ਪ੍ਰਮਾਤਮਾ ਮੈਂ ਹੈਰਾਨ ਹਾਂ ਇੰਨੇ ਤੇਰੇ ਅਵਤਾਰ ਪੈਗੰਬਰ ਗੁਰੂ ਵੀ ਮਾਤ ਰੂਪ ਵਿੱਚ ਹੋ ਗਏ ਉਹਨਾਂ ਦੇ ਗ੍ਰੰਥ ਸ਼ਾਸਤਰ ਵੇਦ ਪੁਰਾਣ ਜੀਲ ਕੁਰਾਨ ਬਾਗਵਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ
ਮੰਦਰ ਮਸੀਤ ਸ਼ਿਵ ਵਾਲੇ ਮਠ ਗੁਰਦੁਆਰੇ ਚਰਚ ਹਨ, ਲੇਕਿਨ ਕਲਯੁਗ ਨੇ ਐਸਾ ਆਣ ਕੇ ਜ਼ੋਰ ਪਾਇਆ ਹੈ, ਸਾਰੇ ਸੰਸਾਰ ਦੇ ਮਨੁੱਖਾਂ ਦੇ ਅੰਦਰ ਵੜ ਗਿਆ ਹੈ ਔਰ ਮਨ ਕਲਪਨਾ ਨੂੰ ਇਤਨਾ ਤੇਜ਼ ਕਰਤਾ ਹੈ ਕਿ ਕਿਸੇ ਦੀ ਬੁੱਧੀ ਸਵੱਛ ਨਹੀਂ ਰਹਿਣ ਦਿੱਤੀ। ਲੁਟੇਰਾ ਬਣਿਆ ਗਾਉ ਗਾਈਆ, ਇਹ ਸਤ ਨੂੰ ਤੇ ਸੱਚ ਨੂੰ ਤੇ ਅੱਛਿਆਂ ਗੁਣਾਂ ਨੂੰ ਲੁੱਟਣ ਵਾਲਾ ਥਾਂ ਥਾਂ ਉੱਤੇ ਆਪਣਾ ਜ਼ੋਰ ਧਾਰਨ ਕਰ ਗਿਆ ਏ। ਅੰਮ੍ਰਿਤ ਮਿਲੇ ਕਿਸੇ ਦਾ ਘੁੱਟ, ਕਿਸੇ ਨੂੰ ਤੇਰਾ ਨਿੱਜਰ ਅੰਮ੍ਰਿਤ ਨਹੀਂ ਮਿਲ ਰਿਹਾ ਜਿਸ ਨਾਲ ਸ਼ਾਂਤੀ ਆ ਜਾਵੇ। ਅੜਦੜ ਤੀਰ ਗੰਗਾ ਗੋਦਾਵਰੀ ਜਮਨਾ ਸਰਸਵਤੀ ਰੋਵੇ ਮਾਰੇ ਚਾਹੀਆਂ, ਕਿਉਂਕਿ 18 ਤੀਰਥਾਂ ਦੇ ਉੱਤੇ ਕੋਈ ਸੱਤ ਨਹੀਂ ਇਸ ਵੇਲੇ ਰਹਿ ਗਿਆ ਔਰ ਸਾਰੀ ਚਾਰ ਨਦੀਆਂ ਜਿਹੜੀਆਂ ਗੰਗਾ ਗੋਦਾਵਰੀ ਜਮਨਾ ਸਰਸਵਤੀ ਵੀ ਰੋ ਰੋ ਕੇ ਤੇਰੇ ਅੱਗੇ ਪੁਕਾਰ ਕਰ ਰਹੀਆਂ ਨੇ। ਮੇਰੇ ਦੀਨ ਮਿਆਲੇ ਗੰਢੇੜੀ ਤੇਰੀ ਯਾਦ ਵਿੱਚ ਤੇ ਪੁਰਾਣੇ ਗੰਢੇ ਜੁੱਤ, ਲੇਕਿਨ ਰਵਿਦਾਸ ਕਹਿੰਦਾ ਹੈ ਪ੍ਰਭੂ ਤੈਨੂੰ ਪਤਾ ਹੋਣਾ ਚਾਹੀਦਾ ਹੈ ਮੈਂ ਆਪਣੇ ਪਿਛਲੇ ਜੀਵਨ ਵਿੱਚ ਮੈਂ ਤੇਰੀ ਯਾਦ ਵਿੱਚ, ਤੇਰੇ ਪਿਆਰ ਮੁਹੱਬਤ ਵਿੱਚ, ਤੇਰੇ ਸਤਿਕਾਰ ਵਿੱਚ ਮੈਂ ਟੁੱਟੀਆਂ ਜੁੱਤੀਆਂ ਗੰਢ ਕੇ ਤੇ ਆਪਣਾ ਝੱਟ ਲੰਘਾਉਂਦਾ ਰਿਹਾ ਹਾਂ। ਪੁਰਾਣਾ ਜੂਤਾ ਦੇ ਗਵਾਈਆ, ਉਹ ਪੁਰਾਣਾ ਜੂਤਾ ਇੱਕ ਲਿਆਂਦਾ ਗਿਆ ਸੀ ਪਹਿਲੀ ਚੇਤ ਨੂੰ, ਸ਼ਬਦ ਹੋਇਆ ਸੀ ਮਾਈ ਤੇਜ ਕੌਰ ਨੂੰ, ਉਹ ਇੱਕ ਜੁੱਤੀ ਪੁਰਾਣੀ ਟੁੱਟਾ ਹੋਇਆ ਛੱਤਰ ਔਰ ਇੱਕ ਆਰ ਜ਼ਰੂਰ ਲੈ ਕੇ ਆਉਣੀ। ਉਹ ਦੁਆਬਾ ਸੰਗਤ ਨੇ ਦੁਆਬੇ ਸੰਗਤ ਵੱਲੋਂ ਮੰਗਵਾਇਆ ਗਿਆ ਸੀ ਤੇ ਉਹ ਤਿੰਨ ਚੇਤ ਨੂੰ ਫਿਰ ਉੱਥੇ ਵਿਹਾਰ ਦੇ ਵਿੱਚ ਹਾਜ਼ਰ ਕੀਤਾ ਗਿਆ ਸੀ। ਇਹ ਮੈਂ ਟੁੱਟਾ ਹੋਇਆ ਜੁੱਤਾ ਜਿਹੜਾ ਹੈ ਇਹ ਮੇਰੀ ਸ਼ਹਾਦਤ ਦਿੰਦਾ ਹੈ, ਰਵਿਦਾਸ ਕਹਿ ਰਿਹਾ ਆ। ਯਾਰ ਵੀ ਯਾਰ ਰਹੀ ਨਾ ਛੁੱਟ, ਲੇਕਿਨ ਮੇਰੀ ਯਾਰ ਵੀ ਲੁਕੀ ਨਹੀਂ ਰਹਿ ਗਈ ਜਿਸ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ, ਟੁੱਟਿਆਂ ਨੂੰ ਗੰਢਦੀ ਰਹੀ, ਉਹ ਵੀ ਵੇਖੋ ਹਾਜ਼ਰ ਹੋ ਗਈ ਹੈ ਤਿੰਨ ਚੇਤ ਨੂੰ। ਸਭ ਨੂੰ ਨਜ਼ਰੀ ਆਈਆ, ਹਾਂ ਸਭ ਨੂੰ ਦਿਸ ਰਹੀ ਹੈ ਜਿਤਨੀ ਵੀ ਸੰਗਤ ਬੈਠੀ ਹੋਈ ਆ। ਇਹਨਾਂ ਵਿੱਚੋਂ ਬਹੁਤੇ ਜਿਹੜੇ ਗੰਗਾ ਜਾਂਦੇ ਮੇਰੇ ਕੋਲ ਗਏ ਰੁਕ, ਐ ਪ੍ਰਭੂ ਜਿਹੜੇ ਅੱਜ ਤਿੰਨ ਚੇਤ ਨੂੰ ਇਕੱਠੇ ਹੋਏ ਨੇ ਇਹਨਾਂ ਵਿੱਚੋਂ ਬਹੁਤੇ ਗੁਰਮੁਖ ਪ੍ਰੇਮੀ ਪਿਆਰੇ ਹਨ ਜਿਹੜੇ ਕਿ ਗੰਗਾ ਮਾਤਾ ਦੀ ਯਾਤਰਾ ਕਰਨ ਨੂੰ ਜਾਂ ਇਸ਼ਨਾਨ ਕਰਨ ਵਾਸਤੇ ਜਾਂਦੇ ਹੁੰਦੇ ਸੀ ਤੇ ਉੱਥੇ ਬਨਾਸ ਦੇ ਤੱਟ ਉੱਤੇ ਮੇਰੇ ਕੋਲ ਰੁਕ ਜਾਂਦੇ ਹੁੰਦੇ ਸਨ। ਗੰਢ ਗਵਾ ਕੇ ਬਣੇ ਪਾਂਦੀ ਰਾਹੀਆਂ, ਲੇਕਿਨ ਉਹਨਾਂ ਨੂੰ ਮੇਰੇ ਗੁਣਾਂ ਦਾ ਨਹੀਂ ਸੀ ਪਤਾ, ਨਾ ਮੇਰੇ ਨਾਲ ਕੋਈ ਪਿਆਰ ਸੀ, ਸਿਰਫ ਉਹਨਾਂ ਦਾ ਇੰਨਾ ਹੀ ਕੰਮ ਹੁੰਦਾ ਸੀ ਜੁੱਤੀ ਟੁੱਟੀ ਤੇ ਮੈਂ ਚਮਿਆਰ ਦੇ ਰੂਪ ਵਿੱਚ ਗੰਢਦਾ ਹੁੰਦਾ, ਆਪਣੀ ਜੁੱਤੀ ਨੂੰ ਗਾਂਢਾ ਲਵਾਇਆ ਤੇ ਮੈਨੂੰ ਟਕਾ ਦਿੱਤਾ ਤੇ ਗਾਂ ਚਲੇ ਗਏ। ਮੈਂ ਸੰਦੇਸ਼ਾ ਸਿੰਗਾਰਿਆ ਉਹ ਗੁਰਮੁਖੋ ਗਾਉਣੀ ਕੋ ਟੋਕ, ਪਰ ਇਹ ਪ੍ਰਮਾਤਮਾ ਰਵਿਦਾਸ ਕਹਿ ਰਿਹਾ ਮੈਂ ਉਹਨਾਂ ਸਾਰਿਆਂ ਨੂੰ ਜਿਹੜੇ ਮੇਰੇ ਕੋਲ ਜੁੱਤੀਆਂ ਗਣਾ ਕੇ ਜਾਂਦੇ ਸਨ ਇੱਕ ਗੱਲ ਦੱਸਦਾ ਰਿਹਾ, ਇੱਕ ਤੁਕ ਦੱਸਦਾ ਰਿਹਾ ਵੀ ਬਹੁਤੇ ਪੂਜਾ ਪਾਠ ਸਿਮਰਨ ਦੀ ਕਰਨ ਦੀ ਕੋਈ ਲੋੜ ਨਹੀਂ ਜੇ, ਇੱਕ ਤੁਕ ਗਾ ਲਿਓ ਜਿਹੜੀ ਮੈਂ ਤੁਹਾਨੂੰ ਦੱਸਦਾ। ਮੇਰਾ ਮੈਂ ਤੇਰਾ ਟੋਲਾ ਗਾਈਆ, ਇਹ ਜ਼ਰੂਰ ਤੁਕ ਗਾਇਓ ਜਾਣ ਵਾਲਿਓ ਬਈ ਮੁਸਾਫਰੋ ਗੰਗਾ ਦੇ ਉੱਤੇ, ਇਹ ਕਹਿ ਰਿਹਾ ਕਰੋ ਪ੍ਰਭੂ ਤੂੰ ਮੇਰਾ ਹੈ ਤੇ ਮੈਂ ਤੇਰਾ ਹਾਂ। ਜਦ ਤੱਕ ਤੁਸੀਂ ਤੇਰਾ ਤੇ ਮੇਰੇ ਵਾਲਾ ਰੂਪ ਨਹੀਂ ਧਾਰਨ ਕਰੋਗੇ ਤੁਹਾਡਾ ਪੜਿਆ ਤੇ ਪਾਠ ਪੂਜਾ ਕਿਸੇ ਕੰਮ ਨਹੀਂ ਹੈ। ਤੂੰ ਮੇਰਾ ਮੈਂ ਤੇਰਾ ਜਿਹੜਾ ਇਹੋ ਹੀ ਸੋਹਣ ਸਰੂਪ ਹੈ। ਫੇਰ ਤੁਹਾਡਾ ਪੈਣਾ ਜਾਵੇ ਮੁਖ, ਫੇਰ ਤੁਹਾਡਾ ਸਫ਼ਰ ਜਿਹੜਾ ਹੈ 84 ਦਾ ਖਤਮ ਹੋਵੇ, ਨਹੀਂ ਗੰਗਾ ਦਾ ਪੈਂਡਾ ਮੁੱਕ ਜਾਏ, ਤੁਹਾਡਾ 84 ਦਾ ਹੀ ਕਿਹੜਾ ਮੁੱਕ ਜਾਵੇਗਾ। ਅੱਗੇ ਪੰਧ ਨਾ ਕੋਈ ਵਿਖਾਈਆ, ਤੁਹਾਨੂੰ ਅੱਗੇ ਕੋਈ ਪੈਂਡਾ ਤੇ ਸਫ਼ਰ ਨਹੀਂ ਦਿਸੇਗਾ। ਤੁਸੀਂ ਕੱਟ ਕਿਨਾਰੇ ਜਾ ਕੇ ਪਾਣੀ ਨਹੀਂ ਲੁੱਟ, ਫੇਰ ਤੁਸੀਂ ਗੰਗਾ ਦੇ ਕਿਨਾਰਿਆਂ ਤੇ ਜਾ ਕੇ ਤੀਰਥ ਦੇ ਉੱਤੇ ਜਾ ਕੇ ਕੋਈ ਬੁਰੀ ਨੀਤੀ ਨਹੀਂ ਰੱਖਣੀ, ਕਿਸੇ ਨਾਲ ਠੱਗੀ ਚੋਰੀ ਯਾਰੀ ਨਹੀਂ ਕਰਨੀ, ਲੁਟੇਰਾ ਰੂਪ ਨਾ ਕੋਈ ਵਿਖਾਈਆ, ਔਰ ਕਿਸੇ ਨੂੰ ਲੁੱਟਣ ਵਾਲਾ ਨਾ ਕੋਈ ਬਣਿਆ ਰਹੇ। ਨਾਲੇ ਹੱਸ ਕੇ ਕਹਿ ਦਿੰਦਾ ਵੇਖੋ ਭਗਵਾਨ ਮੇਰਾ ਖੁਸ਼, ਨਾਲ ਕੇ ਹੱਸ ਕੇ ਮੈਂ ਖੁਸ਼ੀ ਨਾਲ ਕਹਿ ਦਿੰਦਾ ਸਾਂ ਵੇਖੋ ਮੈਂ ਜੁੱਤੀਆਂ ਗੰਢ ਰਿਹਾ ਹਾਂ। ਤੁਹਾਨੂੰ ਪਤਾ ਨਹੀਂ ਉੱਥੋਂ ਪ੍ਰਮਾਤਮਾ ਮਿਲਣਾ ਹੈ ਕਿ ਨਹੀਂ ਮਿਲਣਾ। ਮੇਰਾ ਪ੍ਰਭੂ ਵੇਖੋ ਮੇਰੇ ਤੇ ਕਿੰਨਾ ਖੁਸ਼ ਹੈ ਔਰ ਮੇਰੇ ਨਾਲ ਕਿਤਨਾ ਹੱਸ ਹੱਸ ਕੇ ਭਜਨ ਕਰਦਾ ਹੈ। ਮੇਰੀ ਰੰਬੀ ਨਾਲ ਤੁਹਾਡੀ ਜੁੱਤੀਆਂ ਦੀ ਗੰਢ ਪਵਾਈ ਆ, ਮੇਰੇ ਕੋਲ ਇਹ ਦੋ ਸ਼ਸਤਰ ਨੇ, ਇੱਕ ਰੰਬੀ ਹੈ ਤੇ ਕਾਰ ਹੈ ਔਰ ਇਸੇ ਦੇ ਨਾਲ ਤੁਹਾਡੀ ਟੁੱਟੀਆਂ ਹੋਈਆਂ ਜੁੱਤੀਆਂ ਨੂੰ ਗੰਢਾ ਪਾ ਰਿਹਾ ਹੈ। ਉਹ ਕਦੇ ਨਾ ਜਾਵੇ ਰੁਕ, ਔਰ ਆਪਣੀ ਕਰਨੀ ਤੋਂ ਕਦੇ ਰੁਕਦਾ ਨਹੀਂ ਹੈ। ਆਰ ਪਾਰ ਤੁਹਾਨੂੰ ਮਿਲ ਕੇ ਪ੍ਰਭ ਦਾ ਚਿੰਨ ਵਿਖਾਈ ਆ, ਔਰ ਮੇਰੀ ਆੜ ਦੇ ਵਿੱਚ ਇਹ ਸਿਫਤ ਹੈ ਕਿ ਕਦੀ ਰੁਕਦੀ ਨਹੀਂ। ਆਰ ਪਾਰ ਵਿੰਨ ਕੇ, ਜਿਸ ਤਰ੍ਹਾਂ ਦੇ ਕਿ ਚਮੜੇ ਨੂੰ ਆਰ ਪਾਰ ਵਿੰਨ ਦਿੰਦੀ ਆ, ਇਸੇ ਤਰ੍ਹਾਂ ਉਹ ਬਜਟ ਪਾਰਟੀ ਨੂੰ ਵਿੰਨ ਕੇ ਤੁਹਾਨੂੰ ਪਰਮਾਤਮਾ ਦਾ ਚਿੰਨ ਤੁਹਾਡੇ ਵਿੱਚ ਵਿਖਾ ਸਕਦੀ ਹੈ। ਇਸ ਦਾ ਜੂਤਾ ਕਹੇ ਮੈਂ ਚਮਿਆਰ ਦੇ ਸਾਥੀ ਸਾਰੇ ਲਿਆਂਦੇ ਖਿੱਚ, ਟੁੱਟੀ ਹੋਈ ਜੁੱਤੀ ਕਹਿੰਦੇ ਆ ਕਿ ਜਿਤਨੇ ਉਸ ਵੇਲੇ ਚਮਿਆਰ ਗੁਰਦਾਸ ਦੇ ਕੋਲ ਆਉਂਦੇ ਰਹੇ ਸੀ ਉਹ ਮੈਂ ਸਾਰੇ ਇਸ ਵੇਲੇ ਖਿੱਚ ਕੇ ਤੇ ਇਕੱਠੇ ਕਰਦੇ ਨੇ, ਭਾਵੇਂ ਕੋਈ ਕਿਤੇ ਵੀ ਜੰਮਿਆ ਹੋਇਆ ਹੈ। ਗੁਰੂ ਦੇ ਦੁਆਰੇ ਉੱਤੇ ਵਾਈਆ, ਔਰ ਗੁਰਮੁਖ ਸਿੰਘ ਦੇ ਦੁਆਰੇ ਉੱਤੇ ਉਹਨਾਂ ਨੂੰ ਲੈ ਆਂਦਾ ਆ।
ਜਿਵੇਂ ਜਮਿਆਰ ਗਰੀਬ ਉਸਨੇ ਪੁੱਠੀ ਮੰਜੀ ਉੱਤੇ ਭਗਵਾਨ ਬਹਾ ਲਿਆ, ਆਪ ਹੋ ਗਿਆ ਚੁੱਪ। ਫੈਸਲਾ ਤੇ ਜਿਸ ਤਰ੍ਹਾਂ ਰਵਿਦਾਸ ਇੱਕ ਗਰੀਬ ਸੀ, ਸੁਭਾਵਿਕ ਇੱਕ ਦਿਨ ਪ੍ਰਭੂ ਆਪਣਾ ਸਰਗੋਂ ਸਰੂਪ ਧਾਰਨ ਕਰਕੇ ਉਹਨੂੰ ਮਿਲਣ ਆ ਗਿਆ। ਉਹਦੇ ਕੋਲ ਕੋਈ ਲੀੜਾ ਬਿਸਤਰਾ ਤੇ ਕੋਈ ਇਹੋ ਜਿਹੀ ਹੋਰ ਕੋਈ ਵਸਤੂਆਂ ਤੇ ਨਹੀਂ ਸੀ। ਹੁਣ ਕੀ ਕੀਤਾ, ਖੁਸ਼ੀ ਦੇ ਵਿੱਚ ਆਏ ਬਜਾਏ ਸਿੱਧੀ ਮੰਜੀ ਦੇ ਪੁੱਠੀ ਮੰਜੀ ਡਾਹਤੀ ਤੇ ਉਸੇ ਦੇ ਤੇ ਉਹਨੂੰ ਬਹਾਤਾ, ਜਿਸ ਦੇ ਵਹਿਰੇ ਤੇ ਕੋਲ ਕਰਾਰੇ ਪਿੱਛੇ ਲਿਖਦਾ ਵੀ ਉਹ ਜੇ ਪੁੱਠੀ ਮੰਜੀ ਦੇ ਨਾਲ ਸਾਰੇ ਨੂੰ ਕਰ ਲਿਆ। ਮੁਖੋਂ ਵਜਨ ਕੋਈ ਸੁਣਾਈ ਔਰ ਕੋਈ ਗੱਲ ਨਾ ਆਪਣੇ ਪ੍ਰਮਾਤਮਾ ਦੇ ਨਾਲ ਕੀਤੀ। ਜੋਤੀ ਜੋ ਸਰੂਪ ਆਪਣੀ ਕਿਰਪਾ ਕਰ, ਸੇਵਣਹਾਰਾ ਸੱਚਾ ਵਰ, ਸੱਚ ਕਰਮੀ ਕਾਰ ਕਮਾਈਆ। ਜੁੱਤੀ ਕਹੇ ਭਗਤੋ ਮੈਂ ਚੱਲਦੀ ਚੱਲਦੀ ਗਈ ਕਾਸ। ਜੁੱਤੀ ਬਿਆਨ ਦਿੰਦੀ ਹੈ, ਭਗਤੋ ਤੁਸੀਂ ਮੇਰਾ ਗੁਣ ਨਹੀਂ ਜਾਣਿਆ। ਤੁਸੀਂ ਜੇ ਤੀਰਥਾਂ ਤੇ ਜਾਂਦੇ ਰਹੇ ਜੇ ਤੇ ਮੈਨੂੰ ਪਾ ਕੇ ਜਾਂਦੇ ਰਹੇ, ਤੁਹਾਡੇ ਪੈਰ ਤੇ ਚੰਗੇ ਭਲੇ ਰਹੇ ਤੇ ਤੁਸੀਂ ਮੈਨੂੰ ਰਗੜੇ ਰਗੜ ਕੇ ਕਸਾਤਾ, ਮੇਰਾ ਤਾਂ ਸੱਤਿਆਨਾਸ਼ ਕਰ ਦਿੱਤਾ। ਪੁਰਾਣੀ ਹੋ ਕੇ ਆਪਣਾ ਆਪ ਚੁੜਾਈਆ। ਔਰ ਮੇਰਾ ਤੁਹਾਡਾ ਸਰੀਰ ਬਣਿਆ ਰਿਹਾ, ਯਾਤਰਾ ਤੇ ਤੁਸੀਂ ਕਰਦੇ ਸੋ ਨਾ, ਤੇ ਮੈਨੂੰ ਤੁਸੀਂ ਘਸਾ ਕੇ ਮੈਨੂੰ ਪੁਰਾਣੀ ਕਰਕੇ ਤੇ ਤੋੜ ਕੇ ਤੇ ਮਾਰ ਕੇ ਸੁੱਟ ਦਿੱਤਾ। ਤੀਰਥਾਂ ਤੱਟਾਂ ਸ੍ਰੀ ਪੈੜਾ ਮੁਕਾਇਆ ਨਸ ਨਸ। ਇਹ ਜੇ ਤੁਸੀਂ ਤੀਰਥਾਂ ਤੱਟਾਂ ਤੇ ਗਏ ਜੇ ਤੇ ਮੈਂ ਤੁਹਾਡੇ ਨਾਲ ਭੱਜੀ ਫਿਰਦੀ ਰਹੀ ਹਾਂ, ਔਰ ਮੈਂ ਪੈਂਡੇ ਨੂੰ ਖਤਮ ਕਰਦੀ ਰਹੀ ਹਾਂ। ਭੱਜੀ ਵਾਹ ਉਦਾਈਆ, ਮੈਂ ਬੜੇ ਜ਼ੋਰ ਦੇ ਨਾਲ ਫਿਰਦੀ ਰਹੀ ਹਾਂ। ਜਗਲਾ ਜੂਹਾ ਆਸਣ ਵੇਖੀ ਘੱਟ। ਜੇ ਤੁਸੀਂ ਕਿਤੇ ਤਪੱਸਿਆ ਕਰਨ ਚਲੇ ਗਏ ਜੇ ਜੰਗਲਾਂ ਪਹਾੜਾਂ ਵਿੱਚ, ਮੈਂ ਤੁਹਾਡੇ ਨਾਲ ਗਈ ਹਾਂ। ਟਿੱਲਿਆਂ ਡੇਰੇ ਲਾਈਆ, ਉੱਚੇ ਉੱਚੇ ਟਿੱਲਿਆਂ ਦੇ ਉੱਤੇ ਮੈਂ ਬੈਠੀ ਜੀ, ਤੁਸੀਂ ਅੰਦਰ ਵੜ ਜਾਂਦੇ ਰਹੇ ਜੀ ਤਾਂ ਮੈਨੂੰ ਦਰਵਾਜ਼ੋਂ ਬਾਹਰ ਹੀ ਰਾਤ ਲਾ ਛੱਡ ਦਿੰਦੇ ਪਾਲੇ ਤੇ। ਅਗਨੀ ਨਾਲ ਸੁਕਾਈ ਰੱਤ। ਇਹ ਜੇ ਤੁਸੀਂ ਕਿਤੇ ਅੱਗ ਸੇਕਦੇ ਸੋ ਤੇ ਮੈਂ ਵੀ ਤੁਹਾਡੇ ਨਾਲ ਹੀ ਅੱਗ ਦੇ ਨਾਲ ਸੜਦੀ ਰਹੀ, ਤੁਸੀਂ ਮੈਨੂੰ ਕੋਈ ਰੱਖਿਆ। ਜਲ ਧਾਰਾ ਨਾਲ ਠਰਾਈਆ, ਜੇ ਪਾਣੀ 'ਚ ਨਾਤੇ ਜੇ ਤਾਂ ਮੈਂ ਵੀ ਲਾਗੇ ਪਾਣੀ 'ਚ ਠਰ ਗਈ। ਧੀਰਜ ਰੱਖਿਆ ਜਤ। ਪਰ ਯਾਦ ਰੱਖੋ, ਮੈਂ ਆਪਣੀ ਹਿੰਮਤ ਨਹੀਂ ਹਾਰੀ। ਮੈਂ ਆਪਣੇ ਅੰਦਰ ਬੜਾ ਧੀਰਜ ਰੱਖੀ, ਬੜਾ ਸੰਤੋਖ ਰੱਖਿਆ, ਸੰਤੋਖ ਵਿੱਚ ਸਮਾਈਆ। ਔਰ ਇਸੇ ਹੀ ਮੈਂ ਖੁਸ਼ੀ ਦੇ ਵਿੱਚ ਮਿਲੀ ਰਹੀ। ਮੌਕਾ ਦਿੱਤਾ ਜਗਤ ਜਗਿਆਸ ਕੋ, ਕੋਈ ਮਿਲਾ ਦੇ ਮੇਰਾ ਪਰਮੇਸ਼ਰ ਪਦ। ਮੈਂ ਹੋਕਾ ਦਿੰਦੀ ਰਹੀ ਕਿ ਮੈਂ ਜੰਗਲਾਂ 'ਚ ਗਈ, ਕੱਸ ਗਈਆਂ, ਤੀਰਥਾਂ ਤੱਟਾਂ ਤੇ ਫਿਰੀਆਂ, ਮੈਨੂੰ ਨਹੀਂ ਲੱਭਿਆ। ਮੈਂ ਬੜਾ ਨਲਾਜ ਹੋ ਕੇ ਸੰਸਾਰ ਵਿੱਚ ਹੋਕਾ ਦਿੱਤਾ। ਇਹ ਨਹੀਂ ਹੈ ਕਿ ਪਰਮਾਤਮਾ ਨੂੰ ਮਿਲਣ ਵਾਸਤੇ ਕੋਈ ਆ ਕੇ ਵੀ ਕਿਉਂ ਮਿਲਦਾ ਉਹਨੂੰ ਸ਼ਰਮ ਖਾ ਜਾਵੇ। ਮੈਂ ਉਹ ਕਰਤਾ, ਕੋਈ ਪਰਮਾਤਮਾ ਨੂੰ ਮਿਲਿਆ ਹੋਇਆ ਹੈ ਤੇ ਮੈਨੂੰ ਇਹ ਨਾ ਮਿਲਾ ਦੇ। ਜੋ ਵਿਛੜੀ ਆਪਣੇ ਨਾਲ ਜੁੜਾਈਆ, ਜਿਹੜਾ ਮੈਨੂੰ ਮਿਛੜੀ ਹੋਈ ਨੂੰ ਆਪਣੇ ਸਾਥ ਮੇਲ ਲਵੇ, ਆਪਣੇ ਨਾਲ ਰੰਗ ਲਵੇ। ਮੇਰਾ ਪੂਰਾ ਕਰਦੇ ਹੱਥ, ਮੇਰਾ ਲੈਣਾ ਦੇਣਾ ਤੇ ਬਕਾਇਆ ਜਿਹੜਾ ਹੈ ਮੇਰੀ ਝੋਲੀ ਪਾ ਦੇਵੇ। ਹਕੀਕਤ ਰਹੇ ਨਰਾਈਆ, ਕੋਈ ਹਕੀਕਤ ਜਾਂ ਸਚਾਈ ਪਿੱਛੇ ਨਾ ਰਹਿ ਜਾਵੇ। ਟੁੱਟੀ ਜੁੱਤੀ ਗਏ ਰੋਦਾਸ ਜੀ ਨਾਲ ਸਭ ਨੂੰ ਕਹਿੰਦਾ ਭਰਾਓ, ਆਪਣੀ ਵੇਖੋ ਅੰਦਰ ਅੱਖ। ਨਾਲੇ ਟੁੱਟੀ ਜੁੱਤੀ ਕਹਿੰਦੀ ਆ ਕਿ ਜਿਸੇ ਜੁੱਤੀਆਂ ਦੀਆਂ ਗੰਢਾਂ ਪਵਾ ਕੇ ਗਾਂ ਤੁਰ ਜਾਂਦੇ ਸਨ ਮੁਸਾਵਰ, ਤੇ ਰਵਿਦਾਸ ਹੱਸ ਕੇ ਕਹਿੰਦੇ, ਉਹ ਭਰਾਓ ਤੁਸੀਂ ਗੰਗਾ ਮਾਈ ਵਾਲੇ ਬੜੀ ਖੁਸ਼ੀ ਨਾਲ ਜਾ ਰਹੇ ਜੇ ਤੇ ਬੜਾ ਅੱਛਾ ਹੈ, ਲੇਕਿਨ ਆਪਣੀ ਤੁਹਾਡੀ ਦੂਜੀ ਇੱਕ ਅੱਖ ਹੈ, ਉਸ ਅੱਖ ਦੇ ਨਾਲ ਅੰਦਰ ਦੀ ਨਾਲ ਪ੍ਰਮਾਤਮਾ ਨੂੰ ਵੀ ਵੇਖ ਲਓ, ਉਹਦਾ ਵੀ ਦਰਸ਼ਨ ਕਰ ਲਓ, ਗੰਗਾ ਮਾਈ ਕੋਲ ਫੇਰ ਚਲੇ ਜਾਇਓ। ਮੈਨੇ ਅੱਖਾਂ ਆਖੇ ਉਠਾਈਆ, ਔਰ ਉਹ ਅੱਖਾਂ ਖੋਲਣ ਦੀ ਵੀ ਬਾਹਰਲੀ ਲੋੜ ਨਹੀਂ ਹੈ ਫਿਰ ਉਸਦੇ ਨਾਲ ਦਰਸ਼ਨ ਕਰਨ ਵਾਸਤੇ। ਨਾਲੇ ਲੋਕ ਨਾਲ ਯਾਰ ਦਿੰਦਾ ਤੱਕ, ਤੇ ਨਾਲੇ ਟੁੱਟੀ ਜੁੱਤੀ ਕਹਿੰਦੀ ਆ, ਇੰਨੀ ਗੱਲ ਕਹਿ ਕੇ ਤੇ ਫਿਰ ਆਪਣਾ ਧਿਆਨ ਆਪਣੀ ਜੁੱਤੀਆਂ ਗੰਢਣ ਚ ਲਾਦਾ, ਫਿਰ ਤੋਂ ਦੋ ਨਾਲ ਆਤ ਪਾ ਦਿੰਦਾ ਸੀ ਟੁੱਟੀ ਹੋਈ ਨੂੰ ਗੰਢਣ ਵਾਸਤੇ। ਤਲੀ ਨਾਲ ਦਵਾਈਆ, ਔਰ ਤੋਂ ਤਲੀ ਦੇ ਨਾਲ ਹੋਰ ਦਬਾ ਦਿੰਦਾ ਸੀ ਉਹਨੂੰ ਕਿ ਆਰ ਪਾਰ ਹੋ ਜਾਵੇ। ਫਿਰ ਖੁਸ਼ੀ ਨਾਲ ਪਵੇ ਹੱਸ, ਫਿਰ ਆਪ ਖੁਸ਼ੀ ਹੋ ਕੇ ਤੇ ਹੱਸ ਪੈਂਦਾ ਹੈ ਕਿ ਦੁਨੀਆ ਦੇ ਲੋਕ ਕੀ ਕਰ ਰਹੇ ਨੇ। ਆਓ ਜਿੱਤੇ ਬਣਾਉਣ ਵਾਲਿਓ ਤੁਹਾਨੂੰ ਦੱਸਾਂ ਸੱਚ, ਨਾਲੇ ਹੋਕਾ ਦੇ ਦੇਣਾ ਦਿਆਓ ਵੀ ਮੇਰੇ ਤੋਂ ਜੁੱਤੀਆਂ ਗਣਾਉਣ ਵਾਲਿਓ, ਤੁਹਾਨੂੰ ਮੈਂ ਇੱਕ ਸੱਚੀ ਗੱਲ ਦੱਸਦਾ ਹਾਂ, ਸੱਚ ਨਾਲ ਸਮਝਾਈਆ, ਔਰ ਬਿਲਕੁਲ ਮੈਂ ਸੱਚੇ ਤਰੀਕੇ ਨਾਲ ਬਿਆਨ ਕਰਦਾ ਹਾਂ। ਜੋਤੀ ਜੋਤ ਸਰੂਪ ਹਾਰਿਆ ਆਪਣੀ ਕਿਰਪਾ ਕਰ, ਹਰੀ ਦੇਨ ਸਾਚਾ ਹਰ ਸੱਚ ਦੀ ਕਰਨੀ ਕਾਰ ਕਮਾਈਆ। ਟੁੱਟੀ ਜੁੱਤੀ ਕਹੇ ਇੱਕ ਦਿਨ ਰਵਿਦਾਸ ਨੇ ਯਾਰ ਦੱਬੀ, ਟੁੱਟੀ ਜੁੱਤੀ ਬਿਆਨ ਦਿੰਦੀ, ਇੱਕ ਦਿਨ ਰਵਿਦਾਸ ਨੇ ਜ਼ੋਰ ਦੇ ਨਾਲ
ਉਸਨੂੰ ਨੂਰ ਨਜ਼ਰ ਆਇਆ ਰੱਬੀ ਤੇ ਉਸ ਵੇਲੇ ਉਹਨੂੰ ਅਗੰਮੀ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਦਿਸਿਆ, ਅਲਾਹੀ ਬੇਪਰਵਾਹੀ ਆ ਜਿਹੜਾ ਸਾਰਿਆਂ ਤੋਂ ਵੱਖਰਾ ਤੇ ਨਿਰਾਲਾ ਤੇ ਅਨੋਖਾ ਜਿਹਾ ਸੀ। ਉਸੇ ਆਪਣੀ ਆਸਾ ਸਦੀ ਫਿਰ ਰਵਿਦਾਸ ਨੇ ਆਪਣੀ ਖਾਸ਼ ਨੂੰ ਹਾਜ਼ਰ ਕੀਤਾ ਸਦਕੇ ਦਾ ਸੁਣਾਈ ਔਰ ਉਸ ਨੂੰ ਕੁਝ ਬਚਨ ਆਖਿਆ। ਨਾਲੇ ਵੇਖਿਆ ਪ੍ਰਭੂ ਦਾ ਘੇਰਿਆ ਅਵਤਾਰ ਪੈਗੰਬਰ ਗੁਰੂਆਂ ਦੀ ਚਲਾਉਂਦਾ ਗੱਡੀ ਇਹ ਵੇਖ ਮੌਲ ਜਿਹੜਾ ਤੈਨੂੰ ਦਰਸ਼ਨ ਦੇ ਰਿਹਾ ਜੋਤ ਰੂਪ ਆਪਣੇ ਆਪ ਨੂੰ ਕਹਿ ਰਿਹਾ ਰਵਿਦਾਸ, ਇਹ ਕਿੱਡਾ ਸੰਸਾਰ ਦੇ ਵਿੱਚ ਇੱਕ ਹੋਰ ਤਰੀਕਾ ਫੜਿਆ ਹੋਇਆ, ਕਰਨ ਕਰਾਉਣ ਦਾ ਜ਼ਿੰਮੇਵਾਰ ਆਪ ਆ ਕਿ ਮਾਤਲੇ ਵਿੱਚ ਕਦੀ ਅਵਤਾਰ ਬਣ ਗਿਆ, ਕਦੀ ਪੈਗੰਬਰ ਬਣ ਗਿਆ, ਕਦੀ ਗੁਰੂ ਬਣ ਗਿਆ, ਗੱਡੀਆਂ ਉਹਨੀਆਂ ਨੇ ਚਲਾ ਕੇ ਤੇ ਭਾਰ ਉਹਨਾਂ ਦੇ ਉੱਤੇ ਰੱਖੀ ਜਾਂਦਾ ਤੇ ਟੰਕੇ ਉਹਨਾਂ ਦੇ ਵਜਾਈ ਕਰਦਾ ਤੇ ਆਪਣਾ ਬੇਦਲਾ ਮੇਰੀਦਾ ਸ਼ਹਿਨਸ਼ਾਹ ਹੋ ਕੇ ਆਪਣਾ ਆਪ ਛੁਪਾਈਆ ਸਾਰਿਆਂ ਦੇ ਉੱਤੇ ਹੁਕਮ ਚਲਾਉਣਾ ਬਾਦਸ਼ਾਹ ਹੋ ਕੇ ਤੇ ਆਪਣੇ ਆਪ ਨੂੰ ਲੁਕਾ ਕੇ ਬੈਠਾ ਰਹਿੰਦਾ ਆ। ਭਗਤਾਂ ਦਾ ਵੇਲਾ ਆਵੇਗਾ ਕਲੀ ਲੇਕਿਨ ਰਵਿਦਾਸ ਨੇ ਆਸ ਰੱਖ ਲਈ ਭਾਈ ਅੱਛਾ ਹੈ ਪ੍ਰਭੂ ਤੂੰ ਮੈਂ ਠੀਕ ਹੈ, ਤੂੰ ਸਮੇਂ ਅਨੁਸਾਰ ਅਵਤਾਰ ਪੈਗੰਬਰ ਗੁਰੂ ਦਾ ਰੂਪ ਧਾਰਨ ਕਰੇਗਾ ਔਰ ਤੂੰ ਦੀਨਾ ਮਜ਼ਹਬਾਂ ਦੇ ਵਿੱਚ ਚਲਾਏਗਾ ਤੇ ਭਗਤ ਤੇ ਕੋਈ ਇੱਕ ਅੱਧਾ ਤੂੰ ਪ੍ਰਗਟ ਕਰਦਾ ਹੈ, ਉਹਨੂੰ ਮਾਨ ਦਿੰਦਾ ਹੈ, ਭਗਤਾਂ ਦਾ ਕੋਈ ਸੰਸਾਰ ਦੇ ਵਿੱਚ ਸੰਗਠਨ ਤੇ ਤੂੰ ਬਣਾਇਆ ਹੀ ਨਹੀਂ। ਲੇਕਿਨ ਮੈਨੂੰ ਦੱਸਦਾ ਕਿ ਜਦੋਂ ਮੁਰੀਦ ਤੇ ਮੁਰਸ਼ਦ ਤੇ ਸਿੱਖ ਤੇ ਗੁਰੂ ਇੱਕ ਦੂਜੇ ਨਾਲੋਂ ਨਾਤੇ ਤੋੜਨ ਲੱਗ ਪਏ ਔਰ ਉਸ ਵੇਲੇ ਫਿਰ ਤੈਨੂੰ ਇਹ ਅਵਸ਼ ਭਗਤ ਤੇ ਭਗਵਾਨ ਦਾ ਨਾਤਾ ਸੰਸਾਰ ਦੀ ਜੋੜਨਾ ਹੀ ਪਏਗਾ। ਜਿਸ ਤਰ੍ਹਾਂ ਇਹ ਮੁਰੀਦ ਤੇ ਚੇਲੇ ਤੇ ਗੁਰੂ ਬਣਾ ਰਹੇ ਨੇ ਸਿੱਖ, ਇਸੇ ਤਰ੍ਹਾਂ ਕਦੀ ਭਗਵਾਨ ਹੋ ਕੇ ਤੂੰ ਭਗਤਾਂ ਦਾ ਵੀ ਮਾਰਗ ਚਲਾਏਗਾ। ਆਪਣੇ ਸਨਮਾਨ ਤੇ ਝੁਕੇ ਤਾਲੀ ਦਿੱਤੀ ਵਜਾਈ ਆ ਰਵਿਦਾਸ ਆਪਣੇ ਹੀ ਪੈਰਾਂ ਉੱਤੇ ਝੁਕੇ ਬਚਨ ਕਹਿ ਕੇ ਤੂੰ ਹੱਥਾਂ ਨਾਲ ਤਾੜੀ ਵਜਾਤੀ ਜਾ ਤੱਕਿਆ ਤੇ ਵੇਖੀ ਰੋਸ਼ਨੀ ਸਦੀ ਜਾਂ ਫਿਰ ਅੰਤਰ ਧਿਆਨ ਹੋ ਕੇ ਵੇਖਦਾ ਆ ਤੇ ਉਹਨੂੰ ਆ 14ਵੀਂ ਸਦੀ ਦਾ ਆਹ ਸਾਲ ਜਿਹੜਾ ਜਾ ਰਿਹਾ ਸਮਾਂ ਦਿੱਤਾ। ਸਭ ਨੇ ਭਰੀ ਲੁਕਾਈ ਆ ਸਾਰੀ ਦੁਨੀਆ ਦੁੱਖਾਂ ਦੀ ਭਰੀ ਹੋਈ ਆ, ਕਿਸੇ ਨੂੰ ਸ਼ਾਂਤੀ ਨਹੀਂ ਹੈ। ਫੇਰ ਤੱਕਿਆ ਗਿਆਨ ਦੀ ਅੰਧੇਰੀ ਵੱਡੀ ਫੇਰ ਵੇਖਿਆ ਕਿ ਅਗਿਆਨ ਕਿਸੇ ਦੇ ਕੋਲ ਸੱਚਾਈ ਦਾ ਗੁਣ ਨਹੀਂ ਹੈ। ਇਸ ਤਰ੍ਹਾਂ ਜੇ ਤੂੰ ਹਨੇਰੀ ਵਗਦੀ ਹੈ ਤੇ ਕੁਛ ਨਹੀਂ ਦਿਸਦਾ, ਸੰਸਾਰ ਅੰਧਾ ਹੋਇਆ ਪਿਆ ਹੈ। ਸਤ ਧਰਮ ਗਈ ਉਡਾਈ ਆ ਔਰ ਉਸ ਅੰਧੇਰੀ ਨੇ ਅਗਿਆਨ ਦੀ ਨੇ ਸੱਚ ਨੂੰ ਤੇ ਸੱਚ ਨੂੰ ਸੰਸਾਰ ਚੋਂ ਔਰ ਸੰਸਾਰੀ ਜੀਵਾਂ ਦੇ ਹਿਰਦਿਆਂ ਚੋਂ ਕੱਢ ਕੇ ਕਿਤੇ ਲੁਕਾਤਾ ਆ। ਮਾਈ ਸਰੀਰ ਦੇ ਅੰਦਰ ਅਨਾਦੀ ਨਾਲ ਲੜਾਈ ਆ ਉਸ ਨਾਦ ਦੀ ਧੁਨ ਨੂੰ ਨਹੀਂ ਸੁਣਾ ਰਿਹਾ ਜਿਹੜੀ ਸਦਾ ਰਹਿੰਦੀ ਹੈ। ਫੇਰ ਧਿਆਨ ਮਾਰਿਆ ਪ੍ਰਭੂ ਦੀ ਕਿਰਪਾ ਨਾਲ ਜਨ ਭਗਤਾਂ ਦੀ ਜੋਤ ਹੋਣੀ ਜਗੀ ਫੇਰ ਉਦਾਸ ਨੇ ਧਿਆਨ ਮਾਰਿਆ ਵੀ ਉਹ ਸਦੀ 14ਵੀਂ ਦੇ ਵਿੱਚ ਸਮਾਂ ਤੇ ਇਹੋ ਜਿਹਾ ਹੋਵੇਗਾ ਕਿ ਪ੍ਰਭੂ ਦਾ ਪ੍ਰੇਮੀ ਪਿਆਰਾ ਕੋਈ ਨਹੀਂ ਹੋਵੇਗਾ। ਦੂਜੇ ਤਰਫ ਨਿਗਾਹ ਮਾਰੀ ਜਿਹੜਾ ਭਗਤੀ ਕਰਨ ਵਾਲੇ ਨੇ ਜਾਂ ਕਿੰਨਾ ਪੂਜਾ ਪਾਠ ਕਰਦੇ ਨੇ, ਕਿੰਨਾ ਕੋ ਉਹਨਾਂ ਦਾ ਚਰਨ ਜਾਂ ਜੀਵਨ ਅੱਛਾ ਹੈ, ਜਿਨ੍ਹਾਂ ਉੱਤੇ ਆਪ ਕਿਰਪਾ ਕਰ ਦੇਣੀ ਆ, ਉਹਨਾਂ ਦੇ ਅੰਦਰ ਜੋਤ ਜ਼ਰੂਰ ਹੋਣਾ ਆਪਣੀ ਜਗਾਈ ਹੋਣੀ, ਉਹਨਾਂ ਨੂੰ ਆਪਣੀ ਸੂਝ ਦਿੱਤੀ ਹੋਣੀ ਆ। ਪੰਜਾਂ ਦਸਾਂ ਦਾ ਮਾਲਕ ਪੰਜ ਦਾਨ ਖਵਾ ਕਰੇ ਵਿਨਾਈ ਆ ਔਰ ਉਹਨਾਂ ਭਗਤਾਂ ਦੇ ਉੱਤੇ ਕਿਰਪਾ ਕਰਨ ਦਾ ਮੂਲ ਤੇ ਉਹਨਾਂ ਦੇ ਵਾਸਤੇ ਬਖਸ਼ਿਸ਼ ਦਾ ਕਿਸ ਤਰੀਕੇ ਨਾਲ ਸਮਾਂ ਸਮਝਾਏਗਾ ਜਾਂ ਵਕਤ ਹੋਏਗਾ, ਉਹਨਾਂ ਭਗਤਾਂ ਦੇ ਪੰਜਾਂ ਤੱਤਾਂ ਨੂੰ, ਕੁਕਰਮਾਂ ਨੂੰ, ਉਹਨਾਂ ਦੇ ਮਾੜਿਆਂ ਚੰਗਿਆਂ ਨੂੰ ਪਵਿੱਤਰ ਕਰਨ ਵਾਸਤੇ ਉਹਨਾਂ ਭਗਤਾਂ ਦੇ ਵਾਸਤੇ ਪੰਜ ਸਮਾਧਾਨ ਜਗਾਤੇ ਜਾਣਗੇ, ਜਿਸ ਦੀ ਰੀਤੀ ਚੱਲ ਰਹੀ ਹੈ। ਉਸ ਵੇਲੇ ਇੱਕ ਸਭਾ ਲੱਗਣੀ ਵੱਡੀ ਉਸ ਵੇਲੇ ਇੱਕ ਬੜੀ ਵੱਡੀ ਸਭਾ ਲੱਗੇਗੀ, ਬੜਾ ਇਕੱਠ ਹੋਵੇਗਾ ਹਰ ਵੱਡਾ ਦੇ ਵਡਿਆਈ ਆ ਔਰ ਪ੍ਰਮਾਤਮਾ ਸਾਰਿਆਂ ਤੋਂ ਵੱਡਾ ਜਿਹੜਾ ਮਾਣ ਬਖਸ਼ੇਗਾ। ਰਵਿਦਾਸ ਨੇ ਕਿਹਾ ਭਗਤਾਂ ਦੀ ਮਹਿਲ ਪੰਜਾਂ ਟੋਪੀਆਂ ਗੱਡੀ ਹੋਣੀ ਗੱਡੀ ਲੇਕਿਨ ਇਸ ਤੋਂ ਪਹਿਲੋਂ ਲਿਖਤ ਆ ਚੁੱਕੀ ਸੀ ਤਿੰਨ ਚੇਤ ਵਾਸਤੇ ਪੰਜਾਂ ਗੁਰਸਿੱਖਾਂ ਦੀ ਵੰਡ ਕੀਤੀ ਹੋਈ ਸੀ ਉਹ ਪਹਿਲੋਂ ਕਿ ਉਹਨਾਂ ਨੇ ਧੋਬੀਆਂ ਨੂੰ ਮੈਲੇ ਕੱਪੜਿਆਂ ਦੀ ਗੱਡੀ ਚੁੱਕੀ ਹੋਵੇਗੀ। ਉਹ ਇਸ ਵਾਸਤੇ ਕਿ ਸਾਰਿਆਂ ਹੀ ਗੁਰਮੁਖਾਂ ਦੀ ਜਿਤਨੇ ਵੀ ਇਸ ਵੇਲੇ ਹਨ ਉਹਨਾਂ ਦੇ ਕੁਕਰਮਾਂ ਦੀ ਮੈਲ ਸਾਰਿਆਂ ਦੀ ਉਹਨਾਂ ਗੁਰਮੁਖਾਂ ਦੇ ਮੋਢਿਆਂ ਤੇ ਚੁਕਾਈ ਹੋਈ ਸੀ ਤੇ ਛੁੱਟ ਦੇ ਸਤਿਗੁਰੂ ਦੇ ਦੁਆਰੇ ਪਾਰ ਮੋਢਿਆਂ ਉੱਤੇ ਟਿਕਾਈ ਆ ਔਰ ਉਹਨਾਂ ਨੇ ਉਹ ਮੋਢਿਆਂ ਉੱਤੇ ਗੱਡੀਆਂ ਰੱਖੀਆਂ ਹੋਈਆਂ ਸੀ। ਜਗਤ ਦੀ ਧਾਰ ਹੋਣੀ ਲੱਭੀ ਲੇਕਿਨ ਉਸ ਵੇਲੇ ਦੁਨੀਆ ਦੀ ਕੀ ਹਾਲਤ ਹੋਵੇਗੀ? ਦੁਨੀਆ ਲੱਭ ਦੇ ਵਿੱਚ ਲੋਭ ਲਾਲਚ ਤੇ ਮਾਇਆ ਦੇ ਪਿਆਰ ਵਿੱਚ ਮਰਿਆ ਪਿਆ ਹੋਵੇਗਾ, ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ। ਪੰਜਾਂ ਤੱਤਾਂ ਵਿੱਚ ਸਮਾਈ ਆ ਪੰਜ ਵਕਾਰ ਪੰਜਾਂ ਤੱਤਾਂ ਵਿੱਚ ਮਿਲੇ ਹੋਏ ਹੋਣਗੇ।
ਪੰਜਾਂ ਬੁੱਧੀ ਖੋਲੀ ਹੋਣੀ ਸਕੀ ਪੰਜ ਉਸ ਵੇਲੇ ਵੀ ਗੁਰਮੁਖਾਂ ਦੀ ਐਸੀ ਦਿਸ਼ਾ ਬਣਾਉਗੀ, ਪੱਗ ਬੱਧੀ ਹੋਊਗੀ, ਵਿੱਚੋਂ ਵਾਲ ਖੁੱਲੇ ਛੱਡੇ ਹੋਏ ਹੋਣਗੇ, ਆਪਣਾ ਵੇਸ ਵਟਾਈਆ ਆਪਣੇ ਅੱਗੇ ਭੇਦ ਧਾਰਨ ਕੀਤਾ ਹੋਵੇਗਾ। ਪੰਜ ਬੁੱਧ ਬੈਠੇ ਹੋਣ ਰੰਗੀ ਪੰਜਾਂ ਗੁਰਮੁਖਾਂ ਨੇ ਬੁੱਲਾਂ ਨੂੰ ਰੰਗ ਕੀਤਾ ਹੋਵੇਗਾ। ਆਪਣਾ ਰੰਗ ਚੜਾਈਆ ਇਹ ਆਪਣਾ ਰੰਗ ਰੰਗਿਆ ਹੋਵੇਗਾ। ਇਹ ਸਾਰੀ ਰਵਿਦਾਸ ਦੀ ਮੰਗ ਸੀ ਕਿ ਹੈ ਪ੍ਰਭੂ ਉਹ ਸਮਾਂ ਇਹੋ ਅੱਜ ਆ ਜਾਣਾ ਹੈ ਕਿ ਜਿਸ ਨਾਲ ਬੁੱਲਾਂ ਨਾਲ ਤੇ ਰਸਨਾ ਤੇ ਜੀਵਾ ਨਾਲ ਤੇਰਾ ਨਾਮ ਜਪਣਾ ਹੈ, ਤੇਰਾ ਅੰਮ੍ਰਿਤ ਰਸ ਪੀਣਾ ਹੈ। ਉਹਨਾਂ ਹੀ ਬੁੱਲਾਂ ਦੀ ਰਸਨਾ ਨਾਲ ਦੁਨੀਆ ਡੰਗਰਾਂ ਤੇ ਪਸ਼ੂਆਂ ਤੇ ਜਾਨਵਰਾਂ ਨੂੰ ਖਾਣ ਵਾਲੀ ਹੋਵੇਗੀ। ਇਸ ਕਰਕੇ ਉਹ ਖੂਨ ਖਾਨ ਜਿਸ ਤਰ੍ਹਾਂ ਜਾਨਵਰ ਹੁੰਦੇ ਆ, ਦੂਸਰਿਆਂ ਦਾ ਖੂਨ ਪੀਣ ਵਾਲੇ, ਸੰਸਾਰ ਇਸ ਤਰ੍ਹਾਂ ਦਾ ਰੂਪ ਧਾਰਨ ਉਸ ਵੇਲੇ ਕੀਤਾ ਹੋਇਆ ਹੋਵੇਗਾ। ਪੰਜ ਵਿੰਗੀਆਂ ਡੇਡਿਆਂ ਡੰਡਿਆਂ ਵਾਲੇ ਸਭ ਨੂੰ ਦੇਣ ਸੱਜੀ ਪੰਜਾਂ ਗੁਰਮੁਖਾਂ ਦੇ ਕੋਲ ਤਿੰਨ ਚੇਤ ਨੂੰ ਪਹਿਲੀ ਲਿਖਤ ਦੇ ਮੁਤਾਬਕ ਵਿੰਗੇ ਟੇਢੇ ਸੋਟੇ ਫੜੇ ਹੋਏ ਸਨ। ਕਲਯੁਗ ਦਾ ਟੇਢਾ ਰਸਤਾ ਰਹਿਣ ਕੋਈ ਨਾ ਪਾਈਆ ਉਹ ਵਿੰਗੇ ਟੇਢੇ ਡੰਡੇ ਦੱਸਣਗੇ ਕਿ ਆਏ ਪ੍ਰਭੂ ਦੇ ਪ੍ਰੇਮੀ ਪਿਆਰਿਓ ਭਗਤੋ, ਕਲਯੁਗ ਦਾ ਵਿਗੜਾ ਹੋਇਆ ਰਸਤਾ ਤੇ ਬੜਾ ਹੈ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ, ਲੇਕਿਨ ਜਿਸ ਦੇ ਉੱਤੇ ਉਹ ਆਪ ਕਿਰਪਾ ਕਰਦੇ ਤੇ ਫਿਰ ਕੋਈ ਮੁਸ਼ਕਿਲ ਰਸਤਾ ਨਹੀਂ ਹੈ, ਫਿਰ ਆਪੇ ਵਿੰਗੇ ਟੇਢੇ ਸਿੱਧੇ ਰਸਤੇ ਕਰ ਲੈਂਦਾ ਹੈ। ਜੋਤੀ ਜੋਤ ਮਾਰਿਆ ਆਪਣੀ ਕਿਰਪਾ ਕਰ ਹਰੇ ਕੀਰ ਸਤਿ ਸਤਿ ਹੁਕਮ ਇੱਕ ਸੁਣਾਈਆ ਆਰ ਕਹੇ ਸਾਰੇ ਕਹਿੰਦੇ ਯਾਰ ਆਰ ਕਹਿੰਦੀ ਆ ਵੀ ਇਹ ਮੇਰਾ ਨਾਂ ਹੀ ਸੰਸਾਰ 'ਚ ਐਸਾ ਰੱਖਿਆ ਗਿਆ ਹੈ, ਮੈਨੂੰ ਹਰ ਇੱਕ ਹੀ ਆਰ ਕਹਿੰਦਾ ਆ, ਭਾਵੇਂ ਮੈਂ ਲੋਹੇ ਦੀ ਬਣੀ ਹੋਈ ਆ। ਜੋ ਸਵਾਈਆ ਇਹ ਮੇਰੀ ਜੁਗਾਂ ਪ੍ਰਵਾਨ ਇਹ ਹੋਈ ਸਿਰਫ ਚਲੀ ਆਉਂਦੀ ਹੈ, ਮੇਰਾ ਨਾਂ ਇਸੇ ਤਰ੍ਹਾਂ ਹੀ ਪੁਕਾਰਿਆ ਜਾਂਦਾ ਹੈ। ਹਰ ਗੁਰਮੁਖੋ ਯਾਦ ਕਰੋ ਮੈਂ ਆਰ ਨਹੀਂ, ਮੈਂ ਜਦੋਂ ਹੋਈ ਮਾੜਿਆਂ ਚੰਗਿਆਂ ਦੇ ਵਿੱਚੋਂ ਪਾਰ ਆਪ ਕਹਿੰਦੀ ਹੈ ਪ੍ਰਭੂ ਦੇ ਪ੍ਰੇਮੀ ਪਿਆਰਿਓ ਗੁਰਮੁਖੋ, ਮੈਨੂੰ ਮੇਰੀ ਆਰ ਨਾ ਸਮਝ ਛੱਡੋ ਲੋਹੇ ਦੀ ਬਣੀ ਹੋਈ। ਮੇਰੇ ਵਿੱਚ ਗੁਣ ਹੈ ਇੱਕ, ਮੇਰੇ 'ਚ ਗੁਣ ਇਹ ਹੈ ਕਿ ਮੈਨੂੰ ਜਿਸ ਵੇਲੇ ਫੜ ਦਿੰਦਾ ਹੈ ਰਵਿਦਾਸ, ਭਾਵੇਂ ਜੁੱਤੀ ਨਵੀਂ ਆ ਤੇ ਭਾਵੇਂ ਪੁਰਾਣੀ ਆ, ਭਾਵੇਂ ਟੁੱਟੀ ਹੋਈ ਆ ਤੇ ਭਾਵੇਂ ਬਿਲਕੁਲ ਨਵੇਂ ਚਮੜੇ ਕੁਰਮ ਦੀ ਲੈ ਕੇ ਬਣਾ, ਮੇਰਾ ਕਰਮ ਇਹ ਹੈ ਕਿ ਮੈਂ ਉਹਦੇ ਵਿੱਚ ਪਾਰ ਲੰਘ ਜਾਣਾ ਹੈ। ਮੈਂ ਵਿੱਚ ਅਟਕਣਾ ਨਹੀਂ ਹੈ, ਮਾੜਾ ਚੰਗਾ ਨਹੀਂ ਮੈਂ ਵੇਖਦੀ ਕੋਈ ਵੀ, ਜਿਸ ਤਰ੍ਹਾਂ ਮੈਂ ਮਾੜਾ ਚੰਗਾ ਕੋਈ ਨਹੀਂ ਵੇਖਦੀ, ਪਾਰ ਲੰਘ ਜਾਂਦੀ ਆ। ਉਹ ਉਸ ਦੇ ਉੱਤੇ ਕਿਰਪਾ ਕਰ ਹੀ ਦਿੰਦਾ ਹੈ ਤੇ ਉਹਨੂੰ ਇਸ ਤਰ੍ਹਾਂ ਹੀ ਵਿੰਨ ਕੇ ਆਪਣੇ ਨਾਮ ਤੇ ਸ਼ਬਦ ਨਾਲ ਰੱਖ ਦਿੰਦਾ ਹੈ। ਨਵੇਂ ਪੁਰਾਣੇ ਵਿੰਨ ਕੇ ਵਿਆਹ ਵਹਾਈਆ ਮੈਂ ਨਵਿਆਂ ਤੇ ਪੁਰਾਣਿਆਂ ਸਾਰਿਆਂ ਨੂੰ ਵਿੰਨ ਕੇ ਦੱਸ ਦਿੰਦੀ ਆ। ਮੈਂ ਟੁੱਟੀਆਂ ਗੰਢਾਂ ਵਿਗੜਿਆਂ ਦਾ ਜਨਮ ਦੇਵਾ ਸੁਹਾਗ ਮੇਰੇ ਵਿੱਚ ਗੁਣ ਕੀ ਆ ਭਗਤੋ, ਮੈਂ ਟੁੱਟਿਆ ਹੋਇਆ ਚਿੱਤਰਾਂ ਨੂੰ ਗੰਢ ਕੇ ਉਹਨਾਂ ਦੀਆਂ ਸ਼ਕਲਾਂ ਵਿਗੜੀਆਂ ਹੋਈਆਂ ਨੂੰ ਸਵਾਰ ਕੇ ਤੇ ਫਿਰ ਕੰਮ ਵਾਲੇ ਕਰ ਦਿੰਦੀ ਆ। ਆਪਣਾ ਸਵਾਰਥ ਨਾ ਕੋਈ ਰਖਾਈਆ ਲੇਕਿਨ ਜੇ ਕੋਈ ਮੈਨੂੰ ਪੁੱਛੇ ਵੀ ਐ ਅਰੇ ਤੂੰ ਸਾਰਾ ਦਿਨ ਦੂਸਰੀਆਂ ਜੁੱਤੀਆਂ ਦੇ ਵਿੱਚ ਫਿਰਦੀ ਰਹਿੰਦੀ ਹੈ ਤੇ ਆਪਣਾ ਮੂੰਹ ਘਸਾਉਂਦੀ ਰਹਿੰਦੀ ਹੈ, ਆਂਦੀ ਮੈਨੂੰ ਤਾਂ ਕੋਈ ਸਵਾਰਥ ਨਹੀਂ, ਨਾ ਮੈਂ ਕੁਛ ਖਾਣਾ ਨਾ ਪੀਣਾ, ਨਾ ਮੈਨੂੰ ਕਿਸੇ ਨੇ ਕੁਛ ਦੇਣਾ ਹੈ, ਮੈਨੂੰ ਕੋਈ ਲੋਭ ਲਾਲਚ ਨਹੀਂ ਹੈ, ਮੈਂ ਪਰ ਸਵਾਰਥੀ ਜੋ ਕੁਛ ਕਰਦੀ ਹਾਂ। ਮੈਨੂੰ ਇੱਕ ਦਿਨ ਹੱਥ ਕੇ ਕਿਹਾ ਭੋਗ ਨੇ ਹੱਸ ਕੇ ਕੁਛ ਬਚਨ ਆਖਿਆ ਖੁਸ਼ੀ ਦੇ ਵਿੱਚ, ਲੋ ਚੁੰਕੇ ਸੁਈ ਨਾਲ ਹਸਾਈਆ ਮੈਨੂੰ ਫੜ ਕੇ ਜਿਸ ਮੁੱਠ ਵੱਲੋਂ ਤੋਂ ਫੜ ਕੇ ਮੈਨੂੰ ਥੱਲੇ ਦਬਾਉਂਦਾ ਹੁੰਦਾ ਸੀ, ਉਸ ਮੁੱਠ ਵੱਲੋਂ ਮੈਨੂੰ ਚੁੰਮ ਕੇ ਤੇ ਹੱਸ ਕੇ ਮੈਨੂੰ ਕਹਿੰਦਾ ਆ, ਨਾਲੇ ਚ ਫੇਰ ਮਾਰੀ ਨਾਲੇ ਕਿਹਾ ਕੁੜੀਏ ਵੇਖੀ ਕਦੇ ਬਣਨਾ ਜਾਵੀਂ ਵਤਾਰ ਪਹਿਲੋਂ ਤਾਂ ਮੈਨੂੰ ਚੁੰਮਿਆ, ਫਿਰ ਫੜ ਕੇ ਮੈਨੂੰ ਰਾਰ ਆਂਦੀ ਰਵਿਦਾਸ ਨੇ ਚਪੇੜ ਮਾਰ ਦਿੱਤੀ ਮੁੱਠ ਵਾਲੇ ਪਾਸੇ। ਮੈਨੂੰ ਆਂਦਾ ਉਹ ਕਮਲੀਏ ਮੂਰਖੇ ਵੇਖੀ ਕਿਤੇ ਗਦਾਰ ਨਾ ਬਣ ਜਾਈ, ਕਿਤੇ ਪਰਮਾਤਮਾ ਨੂੰ ਨਾ ਭੁੱਲ ਜਾਵੀਂ, ਕਿਤੇ ਆਪਣੇ ਹੰਕਾਰ 'ਚ ਨਾ ਆ ਜਾਵੀਂ ਕਿ ਮੈਂ ਇੰਨੀ ਸੇਵਾ ਕਰ ਰਹੀ ਹਾਂ। ਆਪਣੀ ਮਨਸਾ ਨਾ ਨਹੀਂ ਬਦਲਾਈਆ ਆਪਣੀ ਦਲੀਲ ਵਾਸ਼ਨਾ ਤਮੰਨਾ ਖਾਸ਼ ਨਾ ਕਿਤੇ ਅੰਦਰੋਂ ਬਦਲ ਲਵੀਂ। ਕਿਉਂ ਕਲਯੁਗ ਦਾ ਸਮਾਂ ਹੋਣਾ, ਚਾਰੋਂ ਕੁੰਡ ਹੋਣਾ ਵਿਹਾਰ ਕਿਉਂਕਿ ਕਲਯੁਗ ਦਾ ਇਹੋ ਜਿਹਾ ਸਮਾਂ ਆ ਜਾਣਾ ਹੈ ਕਿ ਹਰ ਪਾਸੇ ਹੀ ਅੰਧੇਰਾ, ਝੂਠ ਹੀ ਅਪਰਾਧ ਹੋ ਜਾਣਾ, ਸੱਚ ਕਿਤੇ ਨਜ਼ਰ ਨਹੀਂ ਆਉਣਾ, ਸੱਚ ਦਾ ਚਾਨਣ ਕੋਈ ਪ੍ਰਕਾਈਆ ਸੱਚ ਦਾ ਕੋਈ ਪ੍ਰਕਾਸ਼ ਨਹੀਂ ਰਹਿ ਜਾਵੇਗਾ। ਗੁਰੂ ਚੇਲਾ ਨਹੀਂ ਰਹਿਣੇ ਯਾਰ ਗੁਰੂ ਤੇ ਚੇਲਾ ਵੀ ਇੱਕ ਦੂਜੇ ਦਾ ਪਿਆਰ ਕਰਨ ਵਾਲੇ ਨਹੀਂ ਰਹਿ ਜਾਣਗੇ, ਵੀ ਇੱਕ ਦੂਜੇ ਨੂੰ ਠੱਗੀ ਦੇਣ ਮਾਰਨਗੇ, ਧੋਖਾ ਦੇਣਗੇ। ਮਰੀਦ ਮੁਰਸ਼ਿਦ ਨਾ ਸੰਗ ਨਿਭਾਈਆ ਮਰੀਦਾਂ ਤੇ ਮੁਰਸ਼ਿਦਾਂ ਦਾ ਪਿਆਰ ਨਹੀਂ ਰਹੇਗਾ, ਇਹ ਸਾਥ ਨਹੀਂ ਦੇਣਗੇ, ਧੋਖਾ ਕਰ ਜਾਣਗੇ। ਸੱਚ ਨਹੀਂ ਰਹਿਣੀ ਗੁਸਾਰ ਜੇ ਕੋਈ ਸੱਚੀ ਗੱਲ ਕਰਨ ਵਾਲਾ ਹੋਊਗਾ ਤਾਂ ਆਖੇ ਮੈਂ ਦੂਜੇ ਨਾਲ ਵੀ ਸੱਚੀ ਗੱਲ ਕਰਾਂ, ਮੇਰੇ ਨਾਲ ਸੱਚ ਬੋਲੇ,
ਇਹ ਕਦੇ ਵੀ ਨਹੀਂ ਹੋ ਸਕਦਾ ਕਿ ਸੱਚ ਵਾਲੇ ਨਾਲ ਕੋਈ ਅੱਗੋਂ ਸੱਚ ਬੋਲੇਗਾ, ਸਗੋਂ ਸੱਚ ਵਾਲੇ ਨਾਲ ਝੂਠ ਵਾਲੇ ਤਕਰਾਰ ਕਰਨਗੇ, ਉਹਨੂੰ ਚੰਗਾ ਨਹੀਂ ਸਮਝਣਗੇ। ਸਤਨਾਮ ਸਤਨਾਮ ਕੋਈ ਰਖਾਈਆ, ਔਰ ਸੱਚ ਰਹਿਣ ਵਾਲੇ ਨਾਲ ਕੋਈ ਸੱਚ ਦਾ ਸਾਥੀ ਨਹੀਂ ਮਿਲੇਗਾ। ਝਗੜਾ ਪੈ ਜਾਣਾ ਪੁਰਖ ਨਾਲ, ਤੇਰੀ ਇਸਤਰੀ ਤੇ ਪੁਰਸ਼ ਦਾ, ਜਿਨ੍ਹਾਂ ਦਾ ਸਾਰਿਆਂ ਤੋਂ ਉੱਤੇ ਇੱਕ ਆਤਮਾ ਤੇ ਪ੍ਰਮਾਤਮਾ ਦਾ ਰਿਸ਼ਤਾ ਹੈ ਨਿਰਗੁਣ ਰੂਪ ਵਿੱਚ, ਸਰਗੁਣ ਸਰੂਪ ਵਿੱਚ ਸੰਸਾਰੀ ਸੁਖਵਾਸ ਤੇ ਇਸਤਰੀ ਤੇ ਮਰਦ ਦਾ ਰਿਸ਼ਤਾ ਹੈ। ਲੇਕਿਨ ਸਮਾਂ ਆ ਜਾਣਾ ਕਲਯੁਗ ਦਾ, ਕੋਈ ਘਰ ਬਚਿਆ ਹੀ ਨਾ ਹੋਵੇਗਾ ਜਿਹਦੇ ਵਿੱਚ ਇਸਤਰੀ ਤੇ ਮਰਦ ਆਪਦੀ ਝਗੜਦੇ ਤੇ ਲੜਦੇ ਨਾ ਹੋਣਗੇ। ਭਾਵੇਂ ਥੋੜਾ ਲੜਦੇ, ਭਾਵੇਂ ਬਹੁਤਾ ਲੜਨਗੇ ਜ਼ਰੂਰ। ਕਰ ਕਰ ਹੋਈ ਲੜਾਈਆ, ਇਹ ਲੜਾਈ ਘਰ ਦੇ ਵਿੱਚ ਜ਼ਰੂਰ ਪਵੇਗੀ। ਧਰਮ ਰਹਿਣਾ ਨਹੀਂ ਕਿਸੇ ਮੰਦਰ ਮਸਜਿਦ ਗੁਰਦੁਆਰੇ ਮਠ ਗੁਰਦੁਆਰੇ, ਔਰ ਸਮਾਂ ਐਸਾ ਹੋਣਾ ਹੈ ਕਿਸੇ ਮੰਦਰਾਂ ਮਸੀਤਾਂ ਸ਼ੁੱਧਾਲੇ ਮੱਠਾਂ ਗੁਰਦੁਆਰਾ 'ਚ ਸਤ ਧਰਮ ਨਹੀਂ ਰਹੇਗਾ, ਉੱਥੇ ਵੀ ਵਿਚਾਰ ਕੁਕਰਮ ਭ੍ਰਿਸ਼ਟਾਚਾਰ ਤੇ ਅਤਿਆਚਾਰ ਹੋਵੇਗਾ। ਔਰ ਸਾਡੇ ਅੰਦਰ ਆਤਮਾ ਕੋਈ ਬੁਰਾਈਆ, ਠਾਠਾ ਤੀਰਥਾਂ ਦੇ ਕੋਈ ਅੰਮ੍ਰਿਤ ਦੀ ਧਾਰ ਨਹੀਂ ਰਹਿ ਜਾਵੇਗੀ। ਜਗਤ ਜਹਾਨ ਕਰੇ ਵਿਚਾਰ, ਸਾਰੀ ਦੁਨੀਆ ਹੀ ਬੁਰਾ ਕਰਮ ਕਰੇਗੀ। ਭੈਣ ਭਈਆ ਬਦਲਾਈਆ, ਭੈਣ ਭਰਾ ਇੱਕ ਦੂਜੇ ਨੂੰ ਬੁਰੇ ਨਾ ਤੱਕਣ ਵਾਲੇ ਹੋ ਜਾਣਗੇ। ਉਸ ਵੇਲੇ ਫੇਰ ਖੇਦ ਹੋਣਾ ਆਪਰਿਆ ਪਾਰ, ਬਈ ਉਸ ਵੇਲੇ ਜਦੋਂ ਇਹੋ ਜਿਹਾ ਸਮਾਂ ਆਇਆ, ਰਵਿਦਾਸ ਕਹਿੰਦਾ ਹੈ ਆਰੇ, ਉਸ ਵੇਲੇ ਇੱਕ ਬੜਾ ਪਰੰਪਰ ਜਿਹਾ, ਅਨੋਖਾ ਜਿਹਾ, ਵੱਖਰਾ ਜਿਹਾ, ਨਿਰਾਲਾ ਜਿਹਾ ਖੇਲ ਹੋਣਾ, ਜਿਸ ਨੂੰ ਸੰਸਾਰ ਕਿਸੇ ਗ੍ਰੰਥ ਸ਼ਾਸਤਰ ਵੇਦ ਪੁਰਾਣ ਦੇ ਜ਼ਰੀਏ ਨਹੀਂ ਜਾਣਕਾਰੀ ਕਰ ਸਕਦਾ। ਅਬਰਾਮਰ ਸਵਾਮੀ ਆਪਣਾ ਹੁਕਮ ਵਰਤਾਈਆ, ਉਸ ਵੇਲੇ ਸਾਰਿਆਂ ਤੋਂ ਪਰੇ ਦੀ ਤਾਰ ਪ੍ਰਮਾਤਮਾ ਨੇ ਆਪਣਾ ਸ਼ਬਦ ਅਗੰਮੀ ਹੁਕਮ ਫਰਮਾਨ ਜਾਰੀ ਕਰਨਾ ਹੈ। ਸਤਿਗੁਰੂ ਸ਼ਬਦ ਹੋਣਾ ਸਿਕਦਾਰ, ਔਰ ਉਸ ਵੇਲੇ ਇੱਕ ਸਤਿਗੁਰੂ ਸ਼ਬਦ ਨੂੰ ਮਾਨ ਵਡਿਆਈ ਦੇਣੀ ਹੈ, ਸਾਰੀ ਸਿਕਦਾਰੀ ਬਖਸ਼ਣੀ ਹੈ। ਸਿਰ ਸਿਰ ਆਪਣਾ ਹੁਕਮ ਲਾਈਆ, ਹਰ ਇੱਕ ਨੂੰ ਜਿਸਨੇ ਆਪਣਾ ਹੁਕਮ ਮਨਾ ਲੈਣਾ ਆ। ਜੋਤੀ ਜੋ ਗੁਰੂ ਮਾਰਿਆ ਆਪਣੀ ਕਿਰਪਾ ਕਰੇ, ਸਾਡੀ ਆਪਣੀ ਖੇਲ ਵਿਖਾਈਆ। ਰਵਿਦਾਸ ਕਿਹਾ ਮੋਹੇ ਬਚਨ ਨਾ ਭੁੱਲੋ, ਰਵਿਦਾਸ ਕਹਿੰਦਾ ਵੀ ਮੇਰੀ ਗੱਲ ਭੁੱਲਣ ਵਾਲੀ ਨਹੀਂ, ਮੈਂ ਜੋ ਕਹਿ ਰਿਹਾ ਸੱਚ ਕਹਿ ਰਿਹਾ। ਅਪੁਰਵ ਦਿਆਨ ਲੜਾਈਆ, ਮੈਂ ਇਹ ਭੁੱਲ ਹੋ ਕੇ ਦੱਸ ਰਿਹਾ, ਤੀਨਾ ਗਮੋ ਤਿੰਨਾਂ ਗੁਣਾ ਤੋਂ ਬਾਹਰ ਹੋ ਕੇ ਦੱਸ ਰਿਹਾ, ਦਸਤੀ ਦਬੀ ਜਿਹੜੀ ਕਦੀ ਨਾਸ਼ ਹੋਣ ਵਾਲੀ ਨਹੀਂ ਹੈ। ਕਾਜ਼ੀ ਨਾ ਕਮਾਲੋ, ਔਰ ਜਿਸ ਨੂੰ ਕੋਈ ਸ਼ਰ੍ਹਾ ਦੇ ਵਿੱਚ ਕਾਦੀ ਬਿਆਨ ਨਹੀਂ ਕਰ ਸਕਦਾ। ਆਸੇ ਨਾ ਜਾਈਆ, ਐਵੇਂ ਨਹੀਂ ਜਾਏਗੀ ਮੇਰੀ ਕੀਤੀ ਹੋਈ ਗੱਲ। ਆਰੇ ਉਸ ਵੇਲੇ ਬਦਲਣਾ ਸਾਰੇ ਸੁਣੋ, ਐ ਯਾਰ ਉਸ ਵੇਲੇ ਮੇਰੇ ਪ੍ਰਭੂ ਨੇ ਸਾਰਾ ਅਸੂਲ ਬਦਲ ਦੇਣਾ ਹੈ, ਨਵੀਂ ਜੀਵਨ ਜੁਗਤੀ ਤੇ ਨਵਾਂ ਢੰਗ ਤੇ ਸਾਧਨ ਕਰ ਦੇਣਾ ਹੈ। ਅਸਲ ਵਿੱਚੋਂ ਪ੍ਰਗਟਾਈਆ, ਔਰ ਸੱਚ ਨੂੰ ਸੱਚੋਂ ਪ੍ਰਸਿੱਧ ਕਰਨਾ ਹੈ। ਜੋਤੀ ਜੋ ਸਰੂਪ ਹਾਰਿਆ ਆਪਣੀ ਕਿਰਪਾ ਕਰ, ਕਰੇਗੀ ਸਾਚਾਰ ਸੱਚ ਦਾ ਪੜਦਾ ਆਪ ਉਠਾਈਆ। ਰਵਿਦਾਸ ਕਿਹਾ ਰਹੀ ਨਾ ਸੁਤੀ, ਰਵਿਦਾਸ ਕਹਿੰਦਾ ਆ ਰਹੇ ਉਸ ਸਮੇਂ ਕਿਤੇ ਸੁੱਤੀ ਨਾ ਰਹਿ ਜਾਵੀਂ, ਜਦੋਂ ਉਹ ਸਮਾਂ ਆਇਆ ਕਲਯੁਗ ਦੇ ਅੰਤ। ਸੁਤਿਆ ਦੇਣਾ ਜਗਾਈਆ, ਸਗੋਂ ਬਾਕੀ ਦਿਆਂ ਨੂੰ ਸਮਾਧਾਨ ਕਰਨਾ ਹੀ। ਜਗ ਜਹਾਨ ਹੋਣਾ ਲੰਗੜਾ ਲੂਲਾ, ਸੰਸਾਰ ਉਸ ਵੇਲੇ ਕੋਈ ਵੀ ਧਰਮ ਦੇ ਵਿੱਚ ਪੂਰਾ ਨਹੀਂ ਹੋਵੇਗਾ। ਕੂੜ ਦੀ ਬਾਣੀ ਤੇੜ ਲੰਗੋਟੀ, ਔਰ ਕੂੜ ਦੀ ਉਹਨਾਂ ਦੇ ਕੋਲ ਸੱਤ ਨਹੀਂ ਰਹੇਗਾ, ਕੂੜ ਦਾ ਲੰਗੋਟੀ ਹੋਵੇਗੀ ਤੇੜ। ਲੰਗੋਟਿਆਂ ਵਾਲੇ ਤੇੜ ਲੁਆਈਆ, ਇਹ ਪੰਜ ਗੁਰਮੁਖ ਲੋਕਾਂ ਤੇ ਬਣਾ ਕੇ ਬਿਠਾਏ ਹੋਏ ਸੰਤਨ ਚੇਤ ਨੂੰ ਪਹਿਲੀ ਲਿਖ ਦੇ ਮੁਤਾਬਕ ਉਹ ਇਸ਼ਾਰਤ ਦੇਣਗੇ। ਉਸ ਵੇਲੇ ਆਰੇ ਭਗਤ ਰਵਿਦਾਸ ਦੇ ਗ੍ਰਹਿ ਪਿਆਰੇ, ਗੁਰਮੁਖ ਹੋਵੇ ਸੰਸਾਰੇ, ਪ੍ਰਭੂ ਦੇ ਭਗਤ ਇਕੱਠੇ ਹੋਣ ਦੁਲਾਰੇ, ਜਿਨ੍ਹਾਂ ਦਾ ਦੁਲਾ ਇੱਕੋ ਨਹੀਂ ਆਏਗਾ। ਐ ਵੀਰ ਆਰੇ ਉਸ ਵੇਲੇ ਉਸ ਗੁਰਮੁਖ ਦੇ ਦੁਆਰੇ ਉੱਤੇ ਇਨਕਾਬ ਕੇ ਰਵਿਦਾਸ ਜਮਾਤ ਦਾ ਜਿਸ ਦਾ ਜਾਮਾ ਦੂਸਰਾ ਗੁਰਮੁਖ ਰੂਪ ਹੋਵੇਗਾ ਗੁਰਮੁਖ ਸਿੰਘ ਦਾ, ਉਸਦੇ ਦੁਆਰੇ ਉੱਤੇ ਉਸ ਵੇਲੇ ਸਾਰੇ ਭਗਤ ਜਨ ਇਕੱਠੇ ਹੋਣਗੇ, ਜਿਨ੍ਹਾਂ ਦਾ ਦੁੱਲਾ, ਜਿਨ੍ਹਾਂ ਦਾ ਮਾਲਕ, ਕਸਮ, ਲਾੜਾ, ਜੋ ਵੀ ਕਹੋ ਪ੍ਰਮਾਤਮਾ ਇੱਕੋ ਹੀ ਹੋਵੇਗਾ। ਪੁਰਾਣੇ ਜਿੱਤਿਆਂ ਵਾਂਗ ਪੁਰਾਣੇ ਕਰਮ ਜਨ ਸਾਰਿਆਂ ਦੇ ਪਾਵੇ ਸਾਰੇ, ਜਿਸ ਤਰ੍ਹਾਂ ਵੀ ਇਹ ਪੁਰਾਣੀ ਜੁੱਤੀ ਦਾ ਸਾਰ ਪਾਈ ਹੈ, ਪੁਰਾਣੇ ਜਿਤਨੇ ਵੀ ਇਸ ਜਨਮ ਦੇ ਪਿਛਲੇ ਜਨਮਾਂ ਦੇ ਅਗਰ ਕੋਈ ਉਹਨਾਂ ਦੇ ਕਰਮ ਮਾੜੇ ਹੈ, ਸਾਰਿਆਂ ਨੂੰ ਹੀ ਉਹ ਆਪਣੇ ਲੇਖੇ 'ਚ ਲਾ ਕੇ ਤੇ ਉਹਨਾਂ ਦਾ ਜੀਵਨ ਆਪਣੀ ਝੋਲੀ 'ਚ ਪਾ ਲਏਗਾ, ਕਿਸੇ ਦੇ ਕੋਈ ਕਰਮਾਂ ਨੂੰ ਨਹੀਂ ਵਿਚਾਰੇਗਾ। ਸਾਰਿਆਂ ਦਾ ਰੱਥ ਚਲਾਉਣ ਵਾਲਾ ਪ੍ਰਮਾਤਮਾ ਆਪਣੀ ਮਿਹਰ ਕਿਰਪਾ ਕਰ ਦੇਵੇਗਾ ਔਰ ਆਪਣੀ ਨਿਰਗੁਣ ਜੋਤ ਦਾ ਪ੍ਰਕਾਸ਼ ਕਰੇਗਾ ਔਰ ਨਿਰਵੈਰ ਜਿਹਦਾ ਕਿਸੇ ਨਾਲ ਵੈਰ ਨਹੀਂ ਹੈ, ਬਿਨਾਂ ਤੱਤਾਂ ਤੋਂ ਇਹ ਚੀਜ਼ ਨੂੰ ਪ੍ਰਗਟ ਕਰੇਗਾ।
ਸੱਚ ਦਾ ਹੁਕਮ ਇੱਕ ਵਰਤਾਈਆ ਹਾਰ ਕਹੇ ਰਵਦਾਸਾ ਮੈਨੂੰ ਫੇਰ ਦਿਆ ਜੀ ਨਾ ਉੱਤੇ ਗੰਗਾ ਹਾਰ ਕਹਿੰਦੀ ਐ ਰਵਿਦਾਸ ਹੁਣ ਤੇ ਤੂੰ ਗੰਗਾ ਦੇ ਕਿਨਾਰੇ ਤੇ ਬੈਠ ਕੇ ਜੁੱਤੀਆਂ ਗੰਢਦਾ ਰਹਿੰਦਾ ਵਾ ਮੇਰੀ ਇੱਕ ਬੇਨਤੀ ਹੋ ਮੈਨੂੰ ਦੁਬਾਰਾ ਜੇ ਆਇਆ ਨਾ ਤੇ ਮੈਨੂੰ ਇੱਥੇ ਗੰਗਾ ਦੇ ਕੰਢੇ ਤੇ ਨਾ ਲੈ ਕੇ ਆ ਜਾਓ ਕਿਤੇ ਗੰਗਾ ਦੀ ਜੋੜ ਰਹੇ ਇਹ ਜਿਹੜੇ ਅਰਥ ਹੋਏ ਹੈ ਤਿੰਨ ਚੇਤ ਸ਼ਹਿਨਸ਼ਾਹੀ ਸੰਮਤ 7 ਗਿਆਨੀ ਗੁਰਮੁਖ ਸਿੰਘ ਦੇ ਘਰੇ ਜਿਹੜੀ ਲਿਖਤ ਹੋਈ ਸੀ ਗੁਰਮੁਖ ਦੁਆਰੇ ਦੇ ਬਾਰੇ ਉਸ ਦੇ ਅਰਥ ਹਰ ਭਗਤ ਦੁਆਰ ਧੀਰਪੁਰ ਦਿੱਲੀ ਦੁਆਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਕਰ ਰਹੇ ਹਨ। ਹੁਣ ਇਸ ਤੋਂ ਅੱਗੇ 19 ਕੱਤਕ ਸ਼ਹਿਨਸ਼ਾਹੀ ਸੰਮਤ 7 ਮਾਛੀਵਾੜੇ ਦੀ ਲਿਖਤ ਲਗਾਤਾਰ ਚੱਲ ਰਹੀ ਹੈ। ਕਰੇ ਖੇਲ ਤੁਰਦਾਰ ਤੁਰ ਮਾਲਕ ਦੇ ਕਮਾਈਆ 19 ਕੱਤਕ ਅਵਤਾਰ ਪੈਗੰਬਰ ਗੁਰੂ ਸਾਰੇ ਆਏ ਮਾਤ ਜੋਤੀ ਤਾਰ ਸੋਭਾ ਪਾਈਆ ਵਿਸ਼ਨੂੰ ਵੇਖੇ ਸੰਜਣੀ ਰਾਤ ਭੰਡਾਰੀ ਅੱਖ ਖੁਲਾਈਆ ਬ੍ਰਹਮਾ ਮਾਰੇ ਝਾਤ ਸ਼ੰਕਰ ਸੀ ਸੁਨਵਾਈਆ ਜੀ ਝਗੜਾ ਮਿਟਣਾ ਕਾਗਜ਼ਾਤ ਸ਼ਰਾ ਦਾ ਲੇਖਾ ਦੇ ਮੁਕਾਈਆ ਸਭ ਨੂੰ ਸਾਂਝੀ ਬਖਸ਼ੇ ਦਾਤ ਨਾਮ ਨਿਧਾਨਾ ਗਮ ਅਥਾਈਆ ਹਰ ਜਨ ਬਣਾਏ ਪਾਰ ਜਾਤ ਰਤਨ ਰਤਨ ਵਿੱਚੋਂ ਪ੍ਰਗਟਾਈਆ ਤੁਰਦਾ ਬਣ ਕੇ ਸੱਜਣ ਸਾਕ ਸਗਲਾ ਸੰਗ ਵਿਖਾਈਆ ਵੱਡਿਆਂ ਛੋਟਿਆਂ ਅਮੀਰਾਂ ਗਰੀਬਾਂ ਰੰਗ ਰਜਾਨਾ ਇੱਕੋ ਬਣਾ ਜਮਾਤ ਇੱਕੋ ਦਰ ਸੁਹਾਈਆ ਕਿਰਪਾ ਕਰ ਪੁਰਖ ਬਨਾਸ਼ ਮੇਰ ਨਜ਼ਰੀ ਕੀ ਉਠਾਈਆ ਮੇਰ ਨਜ਼ਰੀ ਕੀ ਉਠਾਈਆ ਸਬਦਾ ਲੇਖੇ ਲਾਵੇ ਸਾਸ ਸਵਾਸ ਲੇਖੇ ਲਾਵੇ ਸਾਸ ਸਵਾਸ ਗਰਾਸ ਲੰਗਰ ਸਬਦੇ ਮੁਖ ਚ ਪਾਈਆ ਨਾਲ ਬੈਠ ਕੇ ਖਾਏ ਸਰਬ ਗੁਣਤਾਸ ਗੁਣਵੰਤਾ ਆਪਣਾ ਪਰਦਾ ਲਾਹੀਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨਹਾਰਾ ਸਾਚਾ ਵਾਰੀ ਸੱਚ ਦਾ ਮਾਲਕ ਕਿਉ ਆਈਆ ਸਤਿਗੁਰ ਧਾਰ ਸਤਿਗੁਰ ਧਾਰ ਦੇਵੇ ਹੁਕਮ ਅਗੰਮ ਆਗਮ ਆਪ ਜਣਾਈਆ ਜਨਪਤ ਸੇਲੇ ਸਤਿਗੁਰ ਧਾਰੋਂ ਪਏ ਜਮ ਨਾਤਾ ਛੁੱਟਿਆ ਜੰਮਣ ਵਾਲੀ ਮਾਈਆ ਨਾਤਾ ਛੁੱਟਿਆ ਜੰਮਣ ਵਾਲੀ ਮਾਈਆ ਗੁਰਮੁਖੋ
ਝਗੜਾ ਰੱਖਿਓ ਨਾ ਕਾਇਆ ਮਾਤੀ ਚਾਮੋ, ਜਾਤ ਪਾਤ ਵੰਡ ਨਾ ਕੋਈ ਵੰਡਾਈਆ, ਸਾਰੇ ਇੱਕੋ ਰੂਪ ਬ੍ਰਹਮ, ਪਾਰ ਬ੍ਰਹਮ ਵਿੱਚ ਸਮਾਈਆ, ਇੱਕੋ ਨੂਰ ਦੇ ਚੰਨ, ਚੰਦ ਸਤਾਰ ਦਾ ਲੇਖਾ ਦੇਣਾ ਮੁਕਾਈਆ, ਇੱਕੋ ਸਾਹਿਬ ਦੇ ਜਨ, ਜਣੇਂਦੀ ਅਵਰ ਕੋਈ ਨਾ ਮਾਈਆ, ਜਣੇਂਦੀ ਅਵਰ ਕੋਈ ਨਾ ਮਾਈਆ, ਤੁਹਾਡਾ ਲੇਖੇ ਲੱਗੇ ਸਭ ਦਾ ਤਨ, ਤੋ ਦੇ ਮਾਨ ਵਡਿਆਈਆ, ਹਰ ਸੋਗ ਮੇਟ ਕੇ ਗਮ, ਖੁਸ਼ੀ ਖੁਸ਼ੀ ਵਿੱਚੋਂ ਪ੍ਰਗਟਾਈਆ, ਜੋਤੀ ਜੋ ਸਰੂਪ ਹਰ, ਆਪ ਆਪਣੀ ਕਿਰਪਾ ਕਰ, ਦੇਵਨਹਾਰਾ ਸੱਚਾ ਵਰ, ਸੱਚ ਦੀ ਕਰਨੀ ਕਾਰ ਕਮਾਈਆ, ਭੰਡਾਰਾ ਕਹੇ ਮੈਨੂੰ ਗੁਰਮੁਖ ਖੁਸ਼ੀਆਂ ਨਾਲ ਵਰਤਾਉਣ, ਜਾਪ ਅੰਦਰੇ ਅੰਦਰ ਕਰਾਈਆ, ਸੰਦੇਸ਼ਾ ਮਿਲੇ ਪਮਨੀ ਪਾਉਣ, ਪਵਨ ਪਵਨਾ ਹੁਕਮ ਸੁਣਾਈਆ, ਪਵਨ ਪਵਨਾ ਹੁਕਮ ਸੁਣਾਈਆ, ਦੇਵਤ ਸੁਰ ਭੱਜੇ ਆਉਣ ਖਵਾਉਣ, ਦੂਰ ਦੁਰਾਡੇ ਸੀ ਸੁਣਵਾਈਆ, ਤੁਰਦੇ ਟੋਲੇ ਸਾਰੇ ਗਾਉਣ, ਫੁੱਲਣ ਬਰਖਾ ਗਮ ਬਰਸਾਈਆ, ਬਰਖਾ ਗਮ ਬਰਸਾਈਆ, ਜੋਤੀ ਜੋ ਸਰੂਪ ਹਰ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾਰ, ਨੇਕ ਲੰਕ ਨਰੈਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਮਾਰ ਗਿਆ ਆ ਲਾਉਣ, ਜਗਤ ਰੀਤੀ ਨੀਤੀ, ਧਰਮ ਦੀ ਧਾਰ ਦੇ ਪ੍ਰਗਟਾਈਆ, ਜਗਤ ਦੀ ਰੀਤੀ ਨੀਤੀ, ਧਰਮ ਦੀ ਧਾਰ ਦੇ ਪ੍ਰਗਟਾਈਆ, ਬਸ ਬਤਾ ਦੇ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰ ਮਹਾਰਾਜ ਸ਼ੇਰ। ਇਹ ਲਿਖਤ ਲੰਗਰ ਵਰਤਾਉਣ ਤੋਂ ਪਹਿਲਾਂ ਹੋਈ 19 ਕੱਤਕ ਸ਼ਨਸ਼ੇ ਸੰਮਤ 7 ਨੇ ਅਤਿਆਚਾਰ ਤੇ ਜ਼ੁਲਮ ਕੀਤਾ ਹੈ ਤੇ ਧੋਖਾ ਕੀਤਾ ਹੈ, ਔਰ ਫਕੀਰਾਂ ਨਾਲ ਤੇ ਪ੍ਰਮਾਤਮਾ ਦੇ ਪਿਆਰਿਆਂ ਦੇ ਨਾਲ ਐਸਾ ਝਗੜਾ ਕੀਤਾ ਹੈ ਕਿ ਜਿਹੜਾ ਬੜਾ ਅਤਿਆਚਾਰ ਵਾਲਾ ਤੇ ਦੁਖਦਾਈ ਵਾਲਾ ਹੈ ਔਰ ਬੇਈਮਾਨੀ ਦਾ ਹੈ। ਪਰ ਯਾਦ ਰੱਖ, ਮੈਂ ਤੈਨੂੰ ਇੱਕ ਸੰਦੇਸ਼ ਦੇ ਰਿਹਾ ਹਾਂ ਜਿਸ ਦੇ ਵਿੱਚ ਸਭ ਕੁਝ ਤੁਹਾਨੂੰ ਇਹ ਭੁਗਤਣਾ ਪਵੇਗਾ। ਕੁਛ ਲੇਖ ਉਦੋਂ ਲਿਖਿਆ, ਉਹਨਾਂ ਕਿ ਲਿਖਿਆ ਜਿੰਨਾ ਕਿ ਉਹ ਸਮਝ ਸਕਦੇ ਸੀ ਉਸ ਵਕਤ ਦੇ ਵਿਦਵਾਨ, ਔਰ ਕੁਛ ਲੇਖ ਐਸਾ ਸੀ ਜਿਹੜਾ ਮਜ਼ਮੂਨ ਉਦੋਂ ਜ਼ਰੂਰੀ ਨਹੀਂ ਸੀ ਚਾਹੀਦਾ, ਉਹ ਜ਼ਮੂਨ ਹੀ ਪੁਸ਼ੀਦਾ ਛੁਪਾ ਲਿਆ ਔਰ ਉਹ ਅੱਜ ਉਚਾਰਨ ਕੀਤਾ ਗਿਆ ਹੈ। ਉਸ ਦੀ ਬਾਬਤ ਆਪ ਨੂੰ ਦੱਸਿਆ ਜਾਏਗਾ ਕਿ ਉਹ
ਕਿਸ ਤਰੀਕੇ ਨਾਲ ਬੋਲਿਆ ਗਿਆ ਤੇ ਉਹਦਾ ਕੀ ਭਾਵ ਸੀ? ਗੋਬਿੰਦ ਕੁਨਿਸਤੇ ਕੁਨਾ ਸਾਹਿਬ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਲਗੀਧਰ ਕਹਿ ਰਹੇ ਨੇ ਕਿ ਖੁਦਾ ਦੀ ਦਾਤ ਕਦੀ ਕਿਸੇ ਤੋਂ ਖੁਸ਼ੀ ਨਹੀਂ ਤੇ ਨਾ ਕੋਈ ਲੈ ਸਕਦਾ ਜਿਹੜੀ ਮੈਨੂੰ ਮਿਲੀ ਹੋਈ ਆ। ਸੁਨਿਸਤੇ ਅੱਗੇ ਕੁਨਿਸਤੇ ਕੁਨਾ ਔਰ ਇਹ ਕੁੱਲ ਮਾਲਕ ਦੀ ਬਖਸ਼ੀ ਹੋਈ ਦਾਤ ਹੈ। ਉਹ ਕੁਨ ਜੋਗੀ ਹੈ, ਕਿਸੇ ਇੱਕ ਵਾਸਤੇ ਨਹੀਂ ਹੈ। ਮੈਂ ਕਿਸੇ ਹਿੰਦੂ ਦਾ ਪਿਆਰਾ ਨਹੀਂ, ਮੈਂ ਕਿਸੇ ਸਿੱਖ ਦਾ ਪਿਆਰਾ ਨਹੀਂ, ਮੈਂ ਕਿਸੇ ਜ਼ਾਤ ਤੇ ਮਜ਼ਹਬ ਦਾ ਪਿਆਰਾ ਨਹੀਂ, ਮੈਂ ਮਨੁੱਖ ਜਾਤੀ ਦਾ ਪਿਆਰਾ ਹਾਂ ਔਰ ਸਚਾਈ ਤੇ ਧਰਮ ਦਾ ਪਿਆਰਾ ਹਾਂ। ਮੇਰਾ ਕਿਸੇ ਨਾਲ ਵੈਰ ਨਹੀਂ ਹੈ। ਕੁਲ ਮਜ਼ੂ ਔਰ ਇਹ ਕੁੱਲ ਮਾਲਕ ਜਿਸ ਨੂੰ ਤੁਸੀਂ ਖੁਦਾ ਕਰਕੇ ਮੰਨਦੇ ਜੇ, ਉਸਨੇ ਮੈਨੂੰ ਇਹ ਰਹਿਮਤਾਂ ਤੇ ਬਖਸ਼ਤਾਂ ਦਾ ਅਟੁੱਟ ਭੰਡਾਰਾ ਦੇ ਦਿੱਤਾ ਹੈ। ਜ਼ਲੀਲੇ ਦਾ ਜਿਹੜਾ ਮੇਰੇ ਕੋਲੋਂ ਕੋਈ ਸਾਰੀ ਦੁਨੀਆ ਦੀਆਂ ਹਕੂਮਤਾਂ ਵੀ ਖੋਹਣੇ ਆ ਜਾਣ ਤੇ ਮੇਥੋਂ ਕੋਈ ਜ਼ਾਇਆ ਨਹੀਂ ਕਰ ਸਕੇਗਾ, ਮੇਥੋਂ ਕੋਈ ਖੋ ਨਹੀਂ ਸਕੇਗਾ। ਅਜ਼ਹੂ ਔਰ ਏਡਾ ਵੱਡਾ ਹੈ ਕਿ ਜਿਸ ਨੂੰ ਕੋਈ ਵੇਖ ਤੇ ਜਾਣ ਹੀ ਨਹੀਂ ਸਕੇਗਾ ਤੇ ਖੋਣਾ ਕਿਸੇ ਕੀ ਹੈ। ਜ਼ਜ਼ਹੂ ਔਰ ਇਸ ਤਰ੍ਹਾਂ ਮੇਰੇ ਵਿੱਚ ਭਰ ਦਿੱਤਾ ਕਿ ਮੈਂ ਉਹਨੂੰ ਜਜ਼ਬ ਕਰਕੇ ਬਹਿ ਗਿਆ ਆ। ਜ਼ੂਕੇ ਔਰ ਉਹਦੀ ਆਵਾਜ਼ ਜਿਹੜੀ ਹੈ ਉਹ ਇੱਕ ਮੇਰੇ ਵਿੱਚ ਹੀ ਬੰਦ ਹੈ, ਬਾਕੀ ਕੋਈ ਸੁਣ ਵੀ ਨਹੀਂ ਸਕਦਾ। ਜ਼ਨਿਸਤੇ ਔਰ ਇਹ ਐਸੀ ਤਰੀਕੇ ਨਾਲ ਰੱਖੀ ਗਈ ਹੈ ਕਿ ਜਿਸ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਜ਼ਮੀਬ ਔਰ ਉਹ ਜ਼ਮੀਨ ਤੇ ਅਸਮਾਨ ਤੇ ਇਹਨਾਂ ਦੇ ਦਰਮਿਆਨ ਵਾਲਾ ਜਿਹੜਾ ਹਿੱਸਾ ਹੈ ਪਲਾਟ, ਇਹਦੇ ਵਿੱਚ ਵੀ ਕਿਸੇ ਤਰੀਕੇ ਨਾਲ ਪਕੜਿਆ ਨਹੀਂ ਜਾ ਸਕਦਾ। ਮਲੀਅਰੇ ਉਹਨੂੰ ਕਿਸੇ ਵੀ ਤਰੀਕੇ ਢੰਗ ਸਾਧਨ ਨਾਲ ਕੋਈ ਆਪਣੀ ਤਾਕਤ ਨਾਲ ਮਲਿਆ ਮੇਟ ਨਹੀਂ ਕਰ ਸਕਦਾ। ਖੁਦਾ ਔਰੰਗੇ ਨਦਸ ਐ ਖੁਦਾ ਦੇ ਮੰਨਣ ਵਾਲੇ ਨੁਰੰਗੇ, ਤੂੰ ਖਾਲੀ ਹੱਥ ਮੈਨੂੰ ਦਿਸ ਰਿਹਾ ਹੈ ਔਰ ਤੇਰੇ ਕੋਲ ਕੁਝ ਨਹੀਂ ਹੈ। ਜ਼ਾਹੂ कुंभ के मोर लगी दाना दाना, आत्म परमात्म गुरमुख रूप दर्शाइया। मैनू मिल गया लेफ तलाई सराना, सोना संघासन दता विछाइया। मैं बेनती करा अगे श्री भगवाना, न्यो न्यो सीख नवाइया। मेरे प्रभु जिन्ना मेरे विच कल भरिया सी जल, अज भरिया दाना। अन जल सबदा लेखे लाइया। गुरमुख रहे न कोई बेगाना, बंधन नाम लेना बंदाइया। तुरदे शब्द दस पराना, तुरिया तो बाहर पढ़ाइया। सोना मंदिर वखा मकाना, सचखंड द्वार दृढ़ाइया। नाद शब्द दे तुनकाना,
ਜਗਤ ਸਰਵਣ ਸੁਣਨ ਦੀ ਲੋੜ ਰਹੇ ਨਾਰਾਇਆ ਦਿਆ ਦੀਪ ਜਗਾ ਮਾਨਾ ਦੀਪ ਜਗਾ ਮਾਨਾ ਨੂਰ ਨੂਰਾਨਾ ਕਰ ਵਿਸ਼ਨਾਈਆ ਮੈਂ ਤੇਰਾ ਤੱਕਾਂ ਖੇਲ ਮਾਨਾ ਮਹਿਮਾ ਗਮ ਅਥਾਇਆ ਮੈਂ ਸੰਦੇਸ਼ਾ ਦੇਵਾਂ ਦੋ ਜਾਨਾ ਪੁਰੀ ਲੋ ਸੁਣਾਈਆ ਪ੍ਰਗਟ ਹੋਇਆ ਨੌਜਵਾਨਾ ਮਰਦ ਮਰਦਾਨਾ ਵੇਸ ਵਟਾਈਆ ਜਿਸ ਵੇਖਿਆ ਗੋਬਿੰਦ ਵਾਲਾ ਜ਼ਫਰਨਾਮਾ ਜ਼ਾਰ ਜ਼ਹੂਰ ਖੇਲ ਖਵਾਇਆ ਪੈਗੰਬਰਾ ਪੂਰਾ ਕਰੇ ਅਹਿਦਨਾਮਾ ਕੌਲ ਇਕਰਾਰ ਖੋਜ ਖੁਜਾਈਓ ਅੱਗੇ ਦੇਵੇ ਸੱਚ ਪੈਗਾਮਾ ਸੰਦੇਸ਼ਾ ਇੱਕ ਅਲਾਹੀਆ ਲੇਖਾ ਪੂਰਾ ਕਰੇ ਕ੍ਰਿਸ਼ਨਾ ਰਾਮਾ ਬਾਵਨੀ ਆਸ਼ਾ ਪੂਰ ਕਰਾਈਓ ਮਾਲਕ ਬਣ ਕੇ ਦੋ ਜਾਨਾ ਦੋਰੀ ਚੋਟ ਡੰਕ ਲਗਾਈਆ ਜੋਤੀ ਜੋ ਸਰੂਪ ਯਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾਰ ਸੱਚ ਦਾ ਹੁਕਮ ਇੱਕ ਵਰਤਾਈਆ ਕੁੰਭ ਕਹੇ ਮੈਨੂੰ ਬੜਾ ਮਿਲਿਆ ਆਦਰ ਮੈਂ ਸੱਚ ਸੱਚ ਸੁਣਾਈਆ ਮੈਨੂੰ ਮਾਨ ਦਿੱਤਾ ਤੇਗ ਬਹਾਦਰ ਨਿਗਾਹ ਮੇਰੇ ਵਿੱਚ ਟਿਕਾਈਆ ਮੇਰਾ ਕਰਮ ਹੋਇਆ ਉਜਾਗਰ ਗੁਰਮਤਿ ਮੈਲ ਰਹੀ ਨਾਰਾਇਆ ਸਦੀ 14ਵੀਂ ਜਨ ਭਗਤੋ ਮੈਂ ਬਣਾ ਧਰਮ ਸੁਦਾਗਰ ਵੰਜ ਕਰਾਵਾ ਥਾਂ ਥਾਈਆਂ ਜਿਸ ਵੇਲੇ ਜਲ ਮਿਲਿਆ ਨਾ ਕਿਸੇ ਕਾਇਆ ਮਾਟੀ ਗਾਗਰ ਮਿਲਿਆ ਨਾ ਕਿਸੇ ਕਾਇਆ ਮਾਟੀ ਗਾਗਰ ਬੇਆਬ ਰੋਵੇ ਲੁਕਾਈਆ ਆਪ ਰੋਵੇ ਲੁਕਾਈਆ ਬੇਆਬ ਰੋਵੇ ਲੁਕਾਈਆ ਉਸ ਵੇਲੇ ਕਿਰਪਾ ਕਰੇ ਕਰੀਮ ਕਾਦਰ ਮੇਰੀ ਸੇਵਾ ਇੱਕ ਰਖਾਈਆ करे सच्चा आदल अनसाफ दाए दरड़ाइया ज्योति जो स्वरूप यार आप अपनी कृपा कर करे खेल साचार सच दा मालक के खवाइया कुंभ कहे मैं होना सेवा दार जग जन भगता सेवक माइया जेड़ी मिली मान वडियाई अज इसदा लेखा पूर कराइया
ਜਿਸ ਵੇਲੇ ਕਲਯੁਗ ਅੰਤਮ ਲੱਗੀ ਅੱਗ, ਸਦੀ 14ਵੀਂ ਨਾ ਕੋਈ ਬੁਝਾਈਆ। ਮੈਂ ਜਨ ਭਗਤਾਂ ਕੋਲ ਜਾਵਾਂ ਭੱਜ, ਜਲ ਆਪਣੇ ਵਿੱਚ ਟਿਕਾਈਆ। ਗੁਰਮੁਖੋ ਠੰਡਾ ਪੀਵੋ ਰਜ ਰਜ, ਜਗ ਤ੍ਰਿਸ਼ਨਾ ਰਹੇ ਨਰਾਈਆ। ਮੈਂ ਵੜਨਾ ਨਹੀਂ ਮਜ਼ਹਬ ਦੀ ਹੱਦ, ਗੋਬਿੰਦਾ ਕੰਨਾ ਰਿਹਾ ਡਰਾਈਆ। ਗੋਬਿੰਦ ਦਾ ਕੰਨਾ ਰਿਹਾ ਡਰਾਈਆ। ਮੈਂ ਵਸਣਾ ਜਨ ਭਗਤਾਂ ਦੀ ਨਗਰੀ ਅਲੱਗ, ਖੇੜਾ ਇੱਕੋ ਇੱਕ ਸੁਹਾਈਆ। ਜਿੱਥੇ ਪੀਵੇ ਨਾ ਕੋਈ ਪਿਆਲਾ ਮਧ, ਅੰਮ੍ਰਿਤ ਰਸ ਸਰਬ ਚ ਖਾਈਆ। ਜੋਤੀ ਜੋ ਸਰੂਪ ਯਾਰ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾਰ। ਸੱਚ ਦਾ ਹੁਕਮ ਇੱਕ ਸੁਣਾਈਆ। ਕੁੰਭ ਕਹੇ ਜਿਸ ਵੇਲੇ ਬਾਵਲ ਗਿਆ ਬਲ ਦੁਆਰ, ਆਪਣਾ ਵੇਸ ਵਟਾਈਆ। ਉਸ ਕੀਤਾ ਜਗ ਅਪਾਰ, ਅਸਮੇਧ ਨਾਮ ਤੇਰਾਈਆ। ਜੋ ਪੰਡਤਾਂ ਦਿੱਤੀ ਤਾਰ, ਦਿੱਤੀ ਤਾਰ ਨਾ ਦਿੱਤੀ ਲਿਖਣੀ ਨਾ ਦਿੱਤੀ ਲਿਖਣੀ। ਜੋ ਪੰਡਤਾਂ ਦਿੱਤੀ ਤਾਰੋ, ਧਰਮ ਧਾਰ ਸਮਝਾਈਆ। ਧਰਮ ਧਾਰ ਸਮਝਾਈਆ। ਜ਼ਰਾ ਰਾਜਨ ਕਾਰ ਵਿਚਾਰ, ਸ਼ਾਸਤਰ ਰਹੇ ਸੁਣਾਈਆ। ਇੱਕ ਕੁੰਭਕਾਰ ਤਿਆਰ, ਉੱਚੇ ਥਾਂ ਦੇਣਾ ਟਿਕਾਈਆ। ਵਿੱਚ ਨਾਜ ਪਾਉਣਾ, ਚਾਰ ਯੁੱਗ ਦਾ ਪਿਆਰ। ਪੰਚਮ ਪੰਚਮ ਵੰਡ ਵੰਡਾਈਆ। ਫਿਰ ਰਿੰਦਾਵਤ ਬੰਦਨਾ ਕਰਨੀ ਨਿਮਸਕਾਰ। ਪੁਰਖ ਅਬਨਾਸ਼ੀ ਅੰਨ ਜਲ ਦੇ ਵਿੱਚੋਂ ਨਜ਼ਰੀ ਆਈਆ। ਆ ਖੁੱਟ ਨਾ ਜਾਏ ਭੰਡਾਰ, ਆ ਤੋਤੀ ਅਤਤ ਵਰਤਾਈਆ। ਇਹ ਖੇਲ ਵੇਖਣ ਵਿੱਚ ਸੰਸਾਰ, ਕਰਨੀ ਤਤ ਤਵਲ ਸੋਭਾ ਪਾਈਆ। ਬਲ ਸਭ ਕੁਛ ਕੀਤਾ ਤਿਆਰ, ਸਮਗਰੀ ਆਸਨ ਤੇ ਟਿਕਾਈਆ। ਤੇਰਾ 187 ਰਿਸ਼ੀ ਕਰਨ ਪ੍ਰਕਾਰ, ਉੱਚੀ ਕੂਕ ਕੂਕ ਸੁਣਾਈਆ। ਕੁਛ ਸਾਨੂੰ ਦੇਖਵਾਲੋ, ਭੁੱਖਿਆਂ ਦੇ ਰਜਾਈਆ। ਅਸੀਂ ਖਾਣਾ ਨੀ ਮੰਡਾ ਦਾਲ, ਬ੍ਰਹਮ ਭੋਜ ਦੇ ਚਾਈ ਚਾਈਆਂ। ਬਲ ਉੱਠ ਕੇ ਕਿਹਾ ਵਿੱਚ ਦਰਬਾਰ, ਉੱਚੀ ਕੂਕ ਕੂਕ ਸੁਣਾਈਆ।
ये सब कुछ मेरे साहब दे इख्तियार दूजा मुख्तार नजर कोई ना आया मुख्तार नजर कोई ना आया जिसनू चाहे देवे बाण वरतार वरते थां थाइया ये खेले अगम्य पार समझ किसे न आई जिस वेले बावन हुक्म दिता अपार अपरंपरिक सुनाइया बल तय पिया दुआर निवले शीस चुकाइया बावन हाके क्या ढाई कर्मा कर दे दान बाटी मंगना कोई मंगाइया उस खुशी विच किता परवान यूं के शीस चुकाइया बामन दो करवा कर तिन लो करवा कर तिन लो सब नू कर दिता हैरान हैरानी विच सख वखाइया बाले अपनी पिठ लगा अद्धी कंडाइया फिर क्या भगवान बाह फाड़ गले लगाइया तेरा सब कुछ परवान अगे आसन कोई वधाइया दस की तेरा पकवान ब्राह्मण ता खवाइया ब्राह्मण ता खवाइया इधर मारो ध्यान जल कुंभदिया वखाइया जिस दे विच पंज पंज दाने कीते निशान निशाना आत्म परमात्मा रखाइया आत्म परमात्मा रखाइया चट बावन ने चट बावन ने फड़ के दो हथी किता परवान खुशी विच सुनाइया बल तेनू फेर जन्म देना विच जहान बलख तो मालवा देश सुहाइया फिर प्रभु खेले खेल वाली दो जहान दोरी अपनी कार कमाइया के वास्ते अगमी जन भगता झोली परे हो मेहरबान मेर नजरी उठाइया उन्ना ग्रह खा पकवान घर दा तुरदे लेखे लाइया
ਅੱਗੇ ਨਖੁੱਟ ਜਾਏ ਨਾ ਵਿੱਚ ਜਹਾਨ ਭਗਤਾਂ ਦੇਵੇ ਚਾਈ ਚਾਈਆਂ ਬਲਨਿਓ ਕੇ ਲੱਗਾ ਸੀਸ ਝੁਕਾਨ ਡੰਡਾ ਵਿੱਚ ਆਪਣਾ ਆਪ ਵਿਖਾਈਆ ਝੱਟ ਨਾਰਦ ਆ ਗਿਆ ਮਹਾਰਾਜਨ ਮੇਰੇ ਜਜਮਾਨ ਕੀਰਿਆ ਕਰਾਈਆ ਜੋਤੀ ਜੋਤ ਸਰੂਪ ਯਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾਰ ਸੱਚ ਦਾ ਪਰਦਾ ਆਪ ਉਠਾਈਆ ਨਾਰਦ ਕਿਆ ਸੁਣ ਰਾਜੇ ਬਲੀ ਤੈਨੂੰ ਦਿਆਂ ਸੁਣਾਈਆ ਇਹ ਬ੍ਰਾਹਮਣ ਬਾਵਨ ਛਲੀ ਆਪਣਾ ਰੂਪ ਬਦਲਾਈਆ ਤੂੰ ਭਗਤ ਦੀ ਧਾਰ ਇੱਕ ਇਕੱਲੀ ਇਹ ਵੱਡਾ ਕੰਮ ਅਥਾਹੀਆ ਤੈਨੂੰ ਐਵੇਂ ਖੜਕਾ ਕੇ ਸੁਣਾਵੇ ਟੱਲੀ ਖੜਕਾ ਕੇ ਸੁਣਾਵੇ ਟੱਲੀ ਟੱਲਾ ਰਿਆ ਹਲਾਈਆ ਟੱਲਾ ਰਿਆ ਹਲਾਈਆ ਟੱਲਾ ਰਿਆ ਹਲਾਈਆ ਆਓ ਤੱਕ ਕਲਯੁਗ ਅੰਤਮ ਪੀੜੀ ਗਲੀ ਅੱਗੇ ਲੰਘਣ ਕੋਈ ਨਾ ਪਾਈਆ ਕੁਛ ਲੇਖਾ ਵੇਖ ਮੁਹੰਮਦ ਅਲੀ ਲੇਖਾ ਵੇਖ ਮੁਹੰਮਦ ਅਲੀ 4 11 ਸੰਗ ਰਖਾਈਆ ਧਾਰ ਤੱਕ ਗੋਬਿੰਦ ਜਿਸ ਸਿੱਖਿਆ ਦੇਣੀ ਸੀਸ ਰੱਖਣਾ ਤਲੀ ਸੀਸ ਰੱਖਣਾ ਤਲੀ ਦੂਜਾ ਸੰਗ ਨਾ ਕੋਈ ਬਣਾਈਆ ਸੰਗ ਨਾ ਕੋਈ ਬਣਾਈਆ ਜੋਤੀ ਜੋ ਸਰੂਪ ਯਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾਰ ਸੱਚ ਦਾ ਹੁਕਮ ਇੱਕ ਵਰਤਾਈਆ ਨਾਦ ਕਿਆ ਓ ਪ੍ਰਭੂ ਛਲਿਏ ਪਾਵਨਾ ਕਿਉਂ ਭਗਤਾਂ ਨਾਲ ਛਲ ਕਰਾਈਆ ਤੂੰ ਬਣਨਾ ਰਾਮ ਰਾਮ ਨਾ ਦੇਸਰ ਦੇਣਾ ਕਾਈਆ ਰੂਪ ਪ੍ਰਗਟਣਾ ਕਨਈਆ ਸ਼ਾਮਨਾ ਕੰਸ ਕਰੇ ਸੁਫਾਈਆ ਕੰਸ ਕਰੇ ਸੁਫਾਈਆ ਪੈਗੰਬਰਾ ਪਕੜਾਉਣਾ ਦਾਮਨਾ ਪੱਲੂ ਗੰਢ ਰਖਾਈਆ ਗੁਰੂਆਂ ਦੇਣਾ ਸਤਨਾਮ ਨਾ ਫਤਿਹ ਡੰਕ ਸ਼ਨਵਾਈਆ ਓ ਪ੍ਰਭੂ ਤੇਰੀ ਫੇਰ ਵੀ ਹੋਣੀ ਨਹੀਂ ਪੂਰੀ ਭਾਵਨਾ
फिर भी पूरी होनी नहीं तेरी भावना। तृष्णा तेरी न कोई बुझाइया। तू जरूर खेल करना कल युग अंधेरी शामना। कल युग अंधेरी शामना। क्षमा नूर जोत कर रोशनाइया। इको अपना डंक वजावना। दूजा रहन कोई ना पाइया। नौ खंड प्रथमी हुक्मे विच पुआवना। दीप सत कुमाइया। दीन मजहब दा खेल कराउना आ मोह सामना। सोनी कार भुगताइया। सदी 14वीं आब पानी हथ किसे ना आवना। प्यासी मरे लुकाइया। तेरा टोला किसे न गावना। अवतार पैगंबर गुरुआ शीस सर्ब नवाइया। शीस सर्ब नवाइया। नारद क्या तैनू ग्रंथ बनावन जामना। जामनी देनी पराइया। ज्योति जोत स्वरूप हर आप अपनी कृपा कर। एका देना साचा वर सब सच तेरी सुनाइया। नारद कहे ओ पंडित बुढ़े बावन की खेल खिलाइया। तेरी धार जिस दी बुद्धे बुद्धि तो परे वेख विखाइया। तेरा खेल तक ना अंतम काल जुगे। कल कल की नाम विखाइया। जिस वेले पैगंबरां दे पैंडे मुके अगला पंध न कोई रखाइया। सब दे अंतर होने भुखे तृष्णा तृप्त न कोई कराइया। सजदे विच सीस किसे ना चुके हंगता करे लड़ाइया। उस वेले खेल करे पुरखिया काल या सुते। निर्गुण दाता वड वडियाइया। धर्म दी धार सुहाए उते सच दा रंग आप रंगाइया। जन भगतां बात पुछे कर कर वेखे थां थाइया। सदी 14वीं अंतम आप पियाए जल प्याले कुटे। प्याले कुटे कुट कुट गले लगाइया। जिस वेले अन्न पानी
ਦੀਨ ਦੁਨੀ ਦਾ ਛੁੱਟੇ ਜਨ ਭਗਤਾਂ ਦੇ ਰਜਾਈਆ ਨਾਰਦ ਫੇਰ ਖੁਸ਼ੀਆਂ ਦੇ ਵਿੱਚ ਪੁੱਛੇ ਬਾਮਨ ਕੁਛ ਹੋਰ ਦੇ ਸੁਣਾਈਆ ਹੋਰ ਦੇ ਸੁਣਾਈਆ ਬਾਮਨ ਕਿਹਾ ਨਾਰਦਾ ਇਹ ਭੇਦ ਰਹਿਣੇ ਨਹੀਂ ਗੁੱਜੇ ਭੇਦ ਰਹਿਣੇ ਨਹੀਂ ਗੁੱਜੇ ਪੜਦਾ ਆਪ ਉਠਾਈਆ ਜਿਹੜੀ ਸਮਝ ਤੈਨੂੰ ਨਾ ਸੁਝੇ ਉਹ ਖੇਲ ਦੇਣੀ ਖਲਾਈਆ ਉਹ ਖੇਲ ਦੇਣੀ ਖਲਾਈਆ ਜਿਹੜੀ ਵਸਤ ਬਾਵਨ ਵਾਸਤੇ ਬਲ ਨੇ ਬਾਮਨ ਵਾਸਤੇ ਬਲ ਨੇ ਪਾਈ ਵਿੱਚ ਮਾਟੀ ਦੇ ਪੁੱਜੇ ਉਹ ਅੰਤ ਭਗਤਾਂ ਦੀ ਚੋਲੀ ਦੇਣੀ ਟਕਾਈਆ ਜਿਹੜੇ ਉਗਣ ਆਥਣ ਹੋਣ ਉੱਗੇ ਉਗਣ ਆਥਣ ਹੋਣ ਉੱਗੇ ਜਗਤ ਜਹਾਨ ਵਜੇ ਵਧਾਈਆ ਜਗਤ ਜਹਾਨ ਵਜੇ ਵਧਾਈਆ ਇਹ ਖੇਲ ਕਰਨਾ ਨਿਰਗੁਣ ਤਾਰ ਉੱਤੇ ਬਸਦੇ ਤਰਨੀ ਤਤ ਤਵਲ ਤੌਲ ਵੇਖ ਵਿਖਾਈਆ ਨਵ ਸਤ ਹੋਣਾ ਯੁੱਧੇ ਅੱਗੇ ਹੋ ਨਾ ਕੋਈ ਟਕਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾਰ ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦ ਜੁਗਾਦ ਜੁਗ ਚੌਕੜੀ ਸਭ ਦੀਆਂ ਆਸਾਂ ਬੁਝੇ ਆ ਪੁੱਲ ਪੁੱਲ ਕਦੇ ਨਾ ਜਾਈਆ ਸਭ ਦੀਆਂ ਆਸਾਂ ਬੁਝੇ ਆ ਪੁੱਲ ਪੁੱਲ ਕਦੇ ਨਾ ਜਾਈਆ ਇਹ ਲਿਖਤ 19 ਕੱਤੇ ਰਾਤ ਨੂੰ ਨਾਦਰ ਸਿੰਘ ਦੇ ਘਰ ਹੋਈ ਇਹਦਾ ਡੰਡਾ ਕੇ ਸਮਝ ਲਿਆ ਮੇਰਾ ਫਰਕ ਸਭ ਨੂੰ ਕਰਦੇ ਮਾਫ ਜੋ ਤੁਆਰ ਦੀ ਹੋਈ ਜਾਕੇ ਮਾਂ ਜੋ ਤੁਆਰ ਸੀ ਸਵਾਈ जो की जो शुरू करे आप अपनी कृपा कर सब अपनी कार कमाई करे जब अतिरिक्त खेल होना है मेहमान महबूब पर्दा होना है सर्वतार की एक दूज मचाना है सच प्यार दे के सूझ हक उठाना है सतगुर शब्द पेट के सूद दिन दुनिया खाना है सगड़ा दिल दूत साया सब पहुंचाना है
जगत तकड़ो दिन मौजूद पुरख अकाला नगरी आए पुरख अकाला नगरी आए पिछला खेल का अगला हुक्म पूरी संसार पैगंबर जिस दाते नहीं आए सब साबित उसने अपना आप जिन्होंने अपना आप जिन्होंने जिसने कोई न सके सार फूक तो सतगुरु प्रकट होना है तो सतगुरु प्रकट होना है जैसी सिर्फ कर न सके हर रूप अक्षर महात्मा किसे बचे होना है अक्षर महात्मा किसे बचे होना है आज तो मिट गई झूठ श्री शरारत पर चला है शरारत पर चला है व्यक्ति जो शुरू पर आप अपनी कृपा कर अपना नहीं की सकते 12 बजे साढ़े 12 विष्णु के लक्ष्मी के नारायण रूप बताइया रखल वसे के पश्चिमी उत्तर पूर्व डेरा लाइया खाने के मक्खनी सच देना समझाइया सच देना समझाइया जी भगतानी ताज रखनी रखा करे थोड़ा थाइया जी दुनिया तार रखनी सखनी चारों पर फूल फैलाइया चारों पर फूल फैलाइया पर क्या जानते हैं बोले बात का डमरो मैं सबका पुराना वतनी सबका पुराना वतनी वतन का मालिक शोभा पाइया तुम आए मारे वाली अपने दिन मतना की पत्नी स्वतंत्र बैठे राह चुकाइया स्वतंत्र बैठे राह चुकाइया किसी ने छोरा खाता किसी ने खाती चटनी चेक रखने वाला दिलाई किसी ने चटनी चेक रखने वाला एक रखने वाला दिलाई रखने वाला दिलाई सब तो आपको खटी उसने खटनी जो खटका दूसरा गए मुझा लिया तो आपको खटी उसने खटनी जो खटका दूसरा गए मिटा दिया खट्टा दूसरा गाय मिटाइया जल्दी जो शुरू कर जाओ अपनी कृपा कर गए खेल सच्चा हालत सच का पुलता है आप सिखाइए सच का पर्दा है आप सिखाइए अवतार पैगंबर कहन सूर्या चांदा है देखा थी अपना मन मुकाइया तो चंद्रमा शिव हुकुमन कमला पाती
बात परमेश्वर देखो भैया केवल से मांग के भूतवासी कब से अपना राज लाइया अपना राज लाई ਇਦੋਂ ਅੱਗੇ ਲਿਖਤ ਜੋ 17 ਹਾੜ ਦੀ ਚੱਲ ਰਹੀ ਹੈ, ਪਾਤਸ਼ਾਹ ਜੀ ਨੇ ਜੋ 21 ਸਿੱਖਾਂ ਦੀ ਲਿਖਤ ਕਰਾਈ ਹੈ, 17 ਹਾੜ ਸ਼ਨਸ਼ਾਹੀ ਸੰਮਤ 6। ਪਗੜੀਆਂ ਲਾਓ ਬਾਣਾ ਜੋਗਿੰਦਰ ਕੌਰ ਦੇਣੀਆਂ ਵਰਤਾਈਆ ਮਨਜੀਤ ਦੇ ਨਾਲ ਤੁਰਨਾ ਕਹਿਣਾ ਧੰਨ ਧੰਨ ਪ੍ਰਭੂ ਤੇਰੀ ਬੇਪਰਵਾਹੀਆ ਸਭ ਨੇ ਬੋਲਣਾ ਹਰ ਸੰਗਤ ਦਾ ਬੇੜਾ ਲੈਣਾ ਬੰਨ ਸਤਿਗੁਰ ਆਪਣੇ ਕੰਧ ਉਠਾਈਆ ਭਾਵੇਂ ਕੋਈ ਮੰਦਰ ਵਸੇ ਤੇ ਭਾਵੇਂ ਵਸੇ ਕੋਈ ਛੰਨ ਸਭ ਨੂੰ ਇੱਕੋ ਘਰ ਬਹਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਡ ਸਾਚਾ ਹਰ ਸੱਚ ਦਾ ਰੰਗ ਇੱਕ ਚੜਾਈਆ ਪਗੜੀ ਕਹੇ ਮੈਨੂੰ ਕਹਿੰਦੇ ਸਾਰੇ ਪੱਗ ਪੱਗ ਕਹਿ ਕੇ ਮੈਨੂੰ ਪਾਗਲ ਦਿੱਤਾ ਬਣਾਈਆ ਮੈਂ ਵੇਖਿਆ ਸਾਰਾ ਜੱਗ ਜੁਗ ਜੁਗ ਸੇਵਕ ਮਾਈਆ ਮੈਂ ਜਿਸਦੇ ਸੱਦੇ ਆਈ ਉਹਦੇ ਅੰਦਰ ਵੇਖੀ ਦੀਨ ਮਦਬ ਦੀ ਅੱਗ ਸਾਧਕ ਸਤਨਾ ਕੋਏ ਕਰਾਈਆ ਸਾਧਕ ਸਤਨਾ ਕੋਏ ਕਰਾਈਆ ਮੈਂ ਭੱਜ ਕੇ ਚਲੀ ਗਈ ਮੱਕੇ ਮਦੀਨੇ ਦਾ ਕਰਨ ਹੱਜ ਹਾਜੀਆਂ ਵੇਖ ਵਿਖਾਈਆ ਜਿਨ੍ਹਾਂ ਦੇ ਸਿਰਾਂ ਤੇ ਖੁੱਲੇ ਰਹੇ ਸੱਜ ਕੁਲ ਮਾਲਕ ਕਹਿ ਕੇ ਅਸੀਂ ਸੁਣਵਾਈਆ ਉਹਨਾਂ ਦੇ ਅੰਦਰ ਦਵੈਤ ਸਭ ਦੇ ਨਾਲੋਂ ਵੱਧ ਆਪੇ ਹਯਾਤ ਨਾ ਕੋਈ ਪਿਆਈਆ ਆਪੇ ਹਯਾਤ ਨਾ ਕੋਈ ਪਿਆਈਆ ਮੈਂ ਸਾਰੇ ਦਿੱਤੇ ਛੱਡ ਭੱਜੀ ਵਾਹੋ ਦਾਈਆ ਸਾਰੇ ਦਿੱਤੇ ਛੱਡ ਭੱਜੀ ਵਾਹੋ ਦਾਈਆ ਇੱਕ ਭਗਤ ਸਹੇਲਾ ਲਿਆ ਲੱਭ ਉਸ ਨੂੰ ਦਿੱਤਾ ਸੁਣਾਈਆ ਮੈਨੂੰ ਲੈ ਚੱਲ ਉੱਥੇ ਜਿੱਥੇ ਨਹੀਂ ਕੋਈ ਹੱਦ ਹਿੱਸਾ ਵੰਡਣਾ ਕੋਈ ਵੰਡਾਈਆ ਮੈਂ ਸਭ ਤੋਂ ਵੱਖਰੀ ਰਹਾਂ ਅਲੱਗ ਵੱਖਰਾ ਘਰ ਸੁਹਾਈਆ ਜਿੱਥੇ ਸਾਰੇ ਭਗਤ ਹੋਣ ਹੋਵੇ ਕੋਈ ਨਾ ਕੱਗ ਹੰਸ ਗੁਰਮੁਖ ਸੋਭਾ ਪਾਈਆ ਨਾਮ ਕੁਮਾਰੀ ਪੀ ਕੇ ਮਦਨ ਧੁਨ ਰਾਗ ਸੁਣਾਈਆ ਜੋਤੀ ਜੋ ਸਰੂਪ ਆਪ ਆਪਣੀ ਸਰ ਦਿੱਤੀ ਮਾਨ ਵਡਿਆਈ ਆ ਤਦ ਕਹੇ ਜਨ ਭਗਤੋ ਪ੍ਰਭ ਨੇ ਬੜੀ ਕੀਤੀ ਮਿਹਰਬਾਨੀ ਮਿਹਰ ਨਜ਼ਰ ਉਠਾਈ ਆ ਜਿਸ ਦੇ ਭਗਤ ਸਦਾ ਨਿਸ਼ਾਨੀ ਜੁਗ ਜੁਗ ਸੋਭਾ ਪਾਈਆ ਆਦ ਜੁਗਾਦ ਬਣਿਆ ਰਿਹਾ ਬਾਨੀ
ਸਦਾ ਸਦ ਸਿਰ ਆਪਣਾ ਹੱਥ ਟਿਕਾਈ ਆ। ਪਿਛਲੀ ਰੀਤੀ ਚੁੱਕੀ ਪੁਰਾਣੀ ਅੱਗੇ ਆਪਣਾ ਹੁਕਮ ਵਰਤਾਈ ਆ। ਜਿਸ ਜੋਤੀ ਤਾਰ ਅਵਤਾਰ ਪੈਗੰਬਰ ਗੁਰੂ ਬਣਾ ਲੈ ਮਹਾਰਾਣੀ। ਰਾਉ ਰੰਗ ਰਿਹਾ ਨਾ ਰਾਈਆ, ਰਾਉ ਰੰਗ ਰਿਹਾ ਨਾ ਰਾਈਆ। ਸੋ ਜਨ ਭਗਤਾਂ ਸੱਚ ਦੁਆਰੇ ਖਵਾ ਮਹਿਮਾਨੀ। ਤ੍ਰਿਸ਼ਨਾ ਭੁੱਖ ਗਵਾਈਆ, ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ। ਸਦੇ ਆਪਣਾ ਰੰਗ ਵਿਖਾਈਆ। ਨਾਰਦ ਕਹੇ ਪ੍ਰਭੂ ਜਿਹੜੀ ਖੇਲ ਕੀਤੀ ਯਾਦ ਮੈਨੂੰ ਦੇ ਸੁਣਾਈ ਆ। ਗੀਤ ਕੀਤੀ ਯਾਦ ਮੈਨੂੰ ਦੇ ਸੁਣਾਈ ਆ। ਮੈਨੂੰ ਯਾਦ ਆ ਗਿਆ ਯਾਦ। ਯਾਦ ਲਾਸਟ ਨਾ ਕਲੇ ਭੁਲਾਈਆ। ਜੁਗ ਚੌਕੜੀ ਜਗਤ ਵਸਤੂਆਂ ਦਾ ਵਰਤਾਉਂਦਾ ਰਿਓ ਪ੍ਰਸ਼ਾਦ। ਪ੍ਰਸ਼ਾਦੇ ਖਵਾ ਕੇ ਸਭ ਦੇ ਝੱਟ ਬਣਾਈਆ। ਪਰ ਆਪਣੇ ਨਾਮ ਦੀ ਪ੍ਰਗਟ ਹੋ ਕੇ ਸਾਹਿਰ ਆ ਕੇ ਹਰ ਸੰਗਤ ਕਰਕੇ ਵੰਡੀ ਗੱਡੀ ਦਾ ਇੱਕ ਨੂੰ ਚੋਰੀ 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 ਪਾਈਆ। ਚੋਰੀ ਜੋ ਸ਼ੁਰੂ ਕਰਿਆ ਆਪਣੀ ਕਿਰਪਾ ਕਰ। ਇਹ ਆਦੇ ਨਾ ਕੁੱਤਾ ਮਾਰ ਕੁੱਤਾ ਤੇਰੇ ਲੱਖ ਜਾਏਗਾ। ਨਾ ਨਹੀਂ ਜਿਹੜੇ ਗੁਮਖਿਆਲ ਛਪੀ ਕੋ ਉਹਨਾਂ ਦੇ ਅੰਦਰ ਵਜਦੀ ਆਏ ਵਧਾਈ ਆ। ਸਭ ਦੇ ਹੱਥ ਵਿੱਚ ਲੈ ਕੇ ਫੜਿਆ ਹੋਵੇ ਸੋਹਣ ਸੋ। ਸੁਨਹਿਰੀ ਅੱਖਰਾਂ ਵਿੱਚ ਸੋਭਾ ਪਾਈਆ। ਅੱਖਰਾਂ ਵਿੱਚ ਸੋਭਾ ਪਾਈਆ। ਤੇਰੇ ਚਮਨ ਹੋਵੇ ਮੋ ਨਾਤਾ ਦੀਨ ਦੁਨੀ ਤੜਾਈਆ। ਨਾਤਾ ਦੀਨ ਦੁਨੀ ਤੜਾਈਆ। ਜੋਤੀ ਜੋਤ ਗੋਦੀ ਦੇ ਹਲਾਈਆ।